ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਰਦੂਲ ਸ੍ਰੀ ਗੁਰ ਚਰਨਾ ਸ਼ਰਨ ਪਰਿਓ ਮੈਂ ਥਾਏ। ਚੰਬਕ ਜਮ ਬਪੁਰਾ ਨਿਬਲ ਤਾਕੋ ਕਹਾਂ ਵਸਾਏ। ਸਾਰਦੂਲ ਸ੍ਰੀ ਗੁਰ ਚਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਪਤਿਤ ਪਾਵਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਜੁੜ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਮਹਾਨ ਤੋਂ ਮਹਾਨ ਪਾਵਨ ਪਵਿੱਤਰ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕਰਤਾਰਥ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਦੀ ਧੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਹੁਣ ਜੋ ਆਪਾਂ ਨਿਤਨੇਮ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਮਣੀਪੁਰ ਰਿਆਸਤ ਵਿੱਚ ਸੁਦਰਸੈਨ ਰਾਜਾ, ਉਸ ਦਾ ਭਣੇਵਾਂ ਇੰਦਰਸੈਨ ਅਤੇ ਜੋ ਝੰਡਾ ਵਾਢੀ ਤਰਖਾਣਾ ਦੀ ਜਾਤ ਵਿੱਚੋਂ ਗੁਰੂ ਦੇ ਮਹਾਨ ਸਿੱਖ ਬਣੇ, ਜਿਨ੍ਹਾਂ ਨੇ ਸਤਿਗੁਰ ਜੀ ਪਾਸੋਂ ਬ੍ਰਹਮ ਗਿਆਨ ਦਾ ਉਪਦੇਸ਼ ਲੈਣਾ ਚਾਹਿਆ। ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਗਿਆਨ ਬਖਸ਼ੋ, ਆਤਮ ਸਰੂਪ ਦੀ ਲਗਤਾ ਬਖਸ਼ੋ। ਅਤੇ ਸਤਿਗੁਰੂ ਜੀ ਨੇ ਕਿਹਾ ਵੀ ਜੇ ਗੁਰੂ ਕੋ ਉਪਦੇਸ਼ ਲੈਣਾ ਹੋਵੇ ਤਾਂ ਪਹਿਲਾਂ ਗੁਰੂ ਦਛਣਾ ਦੇਈਦੀ ਹੈ, ਭੇਟਾ ਚੜ੍ਹਾਈ ਦਾ ਕੁਝ। ਤੁਸੀਂ ਸਾਨੂੰ ਭੇਟਾ ਕਰ ਦਿਓ ਆਪਣਾ ਸਭ ਕੁਝ, ਫਿਰ ਸਾਡੇ ਤੋਂ ਗਿਆਨ ਵਾਸਤੇ ਸਰਵਣ ਕਰ ਲੈਣਾ। ਅਤੇ ਇਹਨਾਂ ਨੇ ਕਿਹਾ ਕਿ ਮਹਾਰਾਜ ਜੋ ਸਾਡਾ ਧਨ ਹੈ, ਪੈਸਾ, ਘਰ, ਅੰਨ ਹੈ, ਹੋਰ ਘਰ ਵਿੱਚ ਜੋ ਵਸਤੂਆਂ ਪਈਆਂ ਉਹ ਅਸਾਂ ਨੇ ਤੁਹਾਨੂੰ ਸਮਰਪਣ ਕਰ ਦਿੱਤਾ। ਅੱਜ ਤੋਂ ਅਸੀਂ ਕੋਈ ਲੈਣ ਦੇਣ ਨਹੀਂ ਕਰਾਂਗੇ, ਘਰ ਦੀ ਵਸਤੂ ਕੋਈ ਨਹੀਂ ਵਰਤਾਂਗੇ। ਮਹਾਰਾਜ ਉਹ ਇਹਨਾਂ ਦੀ ਭੇਟਾ ਲੈ ਕਰਕੇ ਕਹਿਣ ਲੱਗੇ ਵੀ ਹੁਣ ਤੁਹਾਡੇ ਕੋਲ ਕੀ ਰਹਿ ਗਿਆ ਹੈ। ਕਹਿੰਦੇ ਸੱਚੇ ਪਾਤਸ਼ਾਹ ਜੀ ਹੋਰ ਕੀ ਰਹਿਣਾ ਹੈ, ਇੱਕ ਸਰੀਰ ਹੈ ਕੋਲ ਸਾਡੇ ਰਹਿ ਗਿਆ ਸਾਡਾ।
ਗੁਰੂ ਸਾਹਿਬ ਜੀ ਕਹਿੰਦੇ ਵੀ ਵਿਚਾਰ ਕੇ ਦੇਖੋ ਵੀ ਸਰੀਰ ਤੇ ਸਦਾ ਰਹਿਣ ਵਾਲਾ ਨਹੀਂ ਹੈ, ਖਤਮ ਹੋ ਜਾਣ ਵਾਲਾ ਹੈ। ਇਸ ਕਰਕੇ ਤੁਸੀਂ ਸਰੀਰ ਵੀ ਸਾਨੂੰ ਭੇਟਾ ਕਰ ਦਿਓ। ਇਹਨਾਂ ਨੇ ਉਸੇ ਵੇਲੇ ਗੁਰੂ ਜੀ ਦਾ ਬਚਨ ਮੰਨ ਕੇ ਕਹਿੰਦੇ ਵੀ ਮਹਾਰਾਜ ਅੱਜ ਤੋਂ ਇਹ ਸਰੀਰ ਧਨ ਵੀ ਭੇਟਾ ਤੁਹਾਨੂੰ ਤੇ ਤਨ ਵੀ ਭੇਟਾ, ਸਰੀਰ ਵੀ ਭੇਟਾ ਕਰ ਦਿੱਤਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਵੀ ਹੁਣ ਤੁਹਾਡੇ ਕੋਲ ਕੀ ਰਹਿ ਗਿਆ ਹੈ? ਕਹਿੰਦੇ ਜੀ ਹੁਣ ਤੇ ਸਾਡੇ ਕੋਲ ਬਸ ਅੰਤःਕਰਨੀ ਰਹਿ ਗਿਆ, ਮਨ ਰਹਿ ਗਿਆ ਹੈ, ਬੁੱਧ ਰਹਿ ਗਈ ਹੈ, ਚਿੱਤ ਰਹਿ ਗਿਆ ਹੈ, ਅਹੰਕਾਰ ਅਹੰ ਭਾਵ ਵਾਲੀ ਬਿਰਤੀ ਰਹਿ ਗਈ ਹੈ। ਮਹਾਰਾਜ ਕਹਿੰਦੇ ਵੀ 5 ਤੱਤਾਂ ਤੋਂ ਬਣਿਆ ਹੈ ਅੰਤःਕਰਨ, ਸਤੋ ਗੁਣ ਭਾਵ ਤੋਂ, ਰਜੋ ਗੁਣ ਅੰਸ਼ ਤੋਂ। ਤੇ ਜਦੋਂ ਉਹ 5 ਤੱਤਾਂ ਦਾ ਸਰੀਰ ਹੀ ਨਹੀਂ ਰਹਿਣਾ ਹੈ, 5 ਤੱਤ ਹੀ ਨਹੀਂ ਰਹਿਣੇ ਹੈ, ਤੇ ਫਿਰ ਅੰਤःਕਰਨ ਕਿਹੜਾ ਰਹਿਣਾ ਹੈ? ਉਹ ਵੀ ਸਾਨੂੰ ਤੁਸੀਂ ਸਮਰਪਣ ਕਰ ਦਿਓ। ਸੋਚ ਵਿਚਾਰ ਕੇ ਕਹਿੰਦੇ ਵੀ ਸੱਚੇ ਪਾਤਸ਼ਾਹ ਤੁਹਾਨੂੰ ਆਪਣਾ ਅੰਤःਕਰਨ ਹੀ ਸਮਰਪਣ ਕਰ ਦਿੱਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹੁਣ ਕੋਈ ਸੰਸਾ ਹੈਗਾ ਤੇ ਦੱਸ ਦਿਓ। ਇਹਨਾਂ ਦੋਵਾਂ ਨੇ ਮਨ 'ਚ ਸੰਕਲਪ ਜਿਹਾ ਕੀਤਾ ਹੈ ਵੀ ਜੋ ਸਾਡੇ ਮਨ 'ਚ ਸੰਸਾ ਹੋਵੇਗਾ ਅਸੀਂ ਗੁਰੂ ਸਾਹਿਬ ਜੀ ਨੂੰ ਕਹਿ ਦਿਆਂਗੇ। ਸਤਿਗੁਰੂ ਜੀ ਕਹਿਣ ਲੱਗੇ ਵੀ ਝੰਡਾ ਬਾਡੀ ਜੀ, ਜਿਹੜਾ ਤੁਸਾਂ ਨੇ ਸੰਕਲਪ ਕੀਤਾ ਮਨ ਵਿੱਚ, ਇਹ ਮਨ ਦਾ ਧਰਮ ਹੈ ਸੰਕਲਪ ਵਿਕਲਪ ਫੁਰਨੇ ਕਰਨੇ, ਤੇ ਉਹ ਮਨ ਤੁਸਾਂ ਨੇ ਸਾਨੂੰ ਪਹਿਲਾਂ ਹੀ ਦੇ ਦਿੱਤਾ ਹੈ। ਫਿਰ ਸੰਕਲਪ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਮਨ ਗੁਰੂ ਨੂੰ ਦੇ ਦਿੱਤਾ ਹੈ, ਫੁਰਨੇ ਤੁਸੀਂ ਕਰੀ ਜਾਂਦੇ ਹੋ। ਤੇ ਗੁਰੂ ਨੂੰ ਜੋ ਵਸਤੂ ਦੇ ਦਈਏ ਉਹਦੇ 'ਤੇ ਆਪਣਾ ਹੱਕ ਕੋਈ ਨਹੀਂ ਹੁੰਦਾ। ਤੇ ਸੋਚਿਆ ਕਹਿੰਦੇ ਵੀ ਠੀਕ ਹੈ, ਮਨ ਸਾਡੇ ਗੁਰੂ ਨੂੰ ਦੇ ਦਿੱਤਾ ਹੈ। ਤੇ ਜਦੋਂ ਇਹਨਾਂ ਨਿਸ਼ਚਾ ਜਿਹਾ ਕੀਤਾ ਵੀ ਮਨ ਦੇ ਗੁਰੂ ਨੂੰ ਭੇਟਾ ਕਰ ਦਿੱਤਾ ਹੈ, ਮਹਾਰਾਜ ਕਹਿਣ ਲੱਗੇ ਵੀ ਆ ਜਿਹੜਾ ਤੁਸੀਂ ਨਿਸ਼ਚਾ ਕੀਤਾ ਹੈ, ਵੀ ਭਰੋਸਾ ਕੀਤਾ ਵੀ ਗੁਰੂ ਨੂੰ ਬਖਸ਼ ਦਿੱਤਾ ਮਨ, ਇਹ ਤਾਂ ਬੁੱਧੀ ਦਾ ਧਰਮ ਹੈ, ਤੇ ਬੁੱਧੀ ਵੀ ਤੁਸੀਂ ਸਾਨੂੰ ਦੇ ਦਿੱਤੀ ਹੈ ਪਹਿਲਾਂ ਹੀ। ਫਿਰ ਇਸ ਕਰਕੇ ਕੋਈ ਨਿਸ਼ਚਾ ਨਾ ਕਰੋ, ਬੁੱਧੀ ਦਾ ਕੋਈ ਧਰਮ ਨਾ ਬਣਾਓ। ਉਸੇ ਵੇਲੇ ਚਿਤਵਣੀਆਂ ਕਰਨ ਲੱਗ ਪਏ, ਸੋਚਣ ਲੱਗ ਪਏ ਕਿ ਹਾਂ ਇਹ ਤਾਂ ਗੱਲ ਤਾਂ ਠੀਕ ਹੈ ਵੀ ਅਸਾਂ ਨੇ ਗੁਰੂ ਨੂੰ ਭੇਟਾ ਕਰ ਦਿੱਤਾ ਹੈ। ਗੁਰੂ ਸਾਹਿਬ ਜੀ ਫੇਰ ਕਹਿਣ ਲੱਗੇ ਵੀ ਆ ਜਿਹੜੀ ਚਿੱਤ ਵਿੱਚ ਚਿਤਵਨੀ ਕੀਤੀ ਹੈ, ਸੋਚ ਵਿਚਾਰ ਕੀਤੀ ਹੈ, ਚਿੱਤ ਵੀ ਤੁਸਾਂ ਨੇ ਸਾਨੂੰ ਦੇ ਦਿੱਤਾ ਹੈ। ਫਿਰ ਉਸੇ ਵੇਲੇ ਅਹੰ ਭਾਵ ਬਿਰਤੀ ਆ ਗਈ ਵੀ ਹਾਂ ਮਨ ਦਿੱਤਾ ਸੀ ਅਸਾਂ ਨੇ, ਬੁੱਧ ਵੀ ਦਿੱਤਾ ਸੀ ਅਸਾਂ ਨੇ, ਚਿੱਤ ਵੀ ਦੇ ਦਿੱਤਾ ਹੈ ਅਸਾਂ ਨੇ। ਉਹ ਜਿਹੜਾ ਅਸਾਂ ਨੇ ਅਹੰ ਭਾਵ ਵੀ ਮੈਂ ਆ ਵੀ ਦੇ ਦਿੱਤਾ ਹੈ, ਮਨ ਬੁੱਧ ਦਿੱਤਾ ਹੈ, ਚਿੱਤ ਦਿੱਤਾ ਹੈ, ਉਹ ਜਿਹੜੀ ਮੈਂ ਹੰਗਤਾ ਵਾਲੀ ਬਿਰਤੀ ਹੈ ਹਉਮੈ ਵਾਲੀ, ਜਦੋਂ ਇਵੇਂ ਵਿਚਾਰ ਕੀਤੀ ਤੇ ਸਤਿਗੁਰੂ ਦੇ ਹੁਣ ਅੰਤਰਜਾਮੀ ਮਹਾਰਾਜ ਕਹਿੰਦੇ ਵੀ ਜਿਹੜਾ ਤੁਸੀਂ ਮਨ ਵਿੱਚ ਕਰ ਰਹੇ ਹੋ ਨਾ ਸੰਕਲਪ ਜਿਹਾ ਹਿਰਦੇ ਵਿੱਚ ਵੀ ਅਸਾਂ ਨੇ ਮਨ ਦਿੱਤਾ ਹੈ, ਬੁੱਧ ਦਿੱਤਾ ਹੈ, ਚਿੱਤ ਦੇ ਦਿੱਤਾ ਹੈ, ਇਹ ਜਿਹੜਾ ਅਹੰ ਭਾਵ ਇਹ ਵੀ ਤੁਸਾਂ ਨੇ ਸਾਨੂੰ ਦੇ ਦਿੱਤਾ ਹੈ, ਕਿਉਂਕਿ ਅੰਤःਕਰਨ ਦੇ ਇਹ ਹਿੱਸੇ ਚਾਰੇ ਤੇ ਅੰਤःਕਰਨ ਤੁਸਾਂ ਨੇ ਪਹਿਲਾਂ ਦੇ ਦਿੱਤਾ। ਤੇ ਇਹ ਤੋਂ ਪਰੇ ਜੇ ਕੋਈ ਸੰਸਾ ਹੈਗਾ ਵਾ ਉਹ ਤੁਸੀਂ ਆਪਣੇ ਮਨ 'ਚ ਕਰੋ, ਹਿਰਦੇ 'ਚ ਕਰੋ ਤੇ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਤਸੱਲੀ ਬਖਸ਼ ਉੱਤਰ ਦੇ ਦਿੰਦੇ ਹਾਂ। ਬਸ ਜਦੋਂ ਵੇਖਿਆ ਵੀ ਸਰੀਰ ਤੋਂ ਭੇਟਾ ਤੋਂ ਬਾਅਦ ਮਨ ਬੁੱਧ ਚਿੱਤ ਹੰਕਾਰ ਦੀ ਭੇਟਾ ਤੋਂ ਬਾਅਦ ਤੇ ਕੁਝ ਨਹੀਂ ਬਚਦਾ ਹੈ, ਉਹ ਰਹਿ ਕੀ ਗਿਆ ਪਿੱਛੇ ਆਤਮਾ, ਉਸੇ ਵੇਲੇ ਸਮਾਧੀ ਲੱਗ ਗਈ। ਫਿਰ ਗੁਰੂ ਸਾਹਿਬ ਜੀ ਨੇ ਕਿਹਾ ਵੀ ਹੁਣ ਤੁਸੀਂ ਤੁਹਾਡੀ ਪ੍ਰੀਖਿਆ 'ਚ ਪੂਰੇ ਹੋ ਗਏ ਹੋ, ਆ ਜਿਹੜਾ ਝੰਡਾ ਬਾਡੀ ਭੋਜਨ ਤਿਆਰ ਕਰਕੇ ਲਿਆਂਦਾ 5 ਹਿੱਸਿਆਂ 'ਚ ਕੀਤਾ, ਇਹਨੂੰ ਛਕਣਾ ਕਰੋ। ਇਹਨਾਂ ਨੇ ਛਕਣਾ ਕੀਤਾ ਹੈ, ਭਾਈ ਬਾਲਾ ਨੇ ਵਰਤਾਇਆ ਹੈ। ਫਿਰ ਇਹਨਾਂ ਨੇ ਸਮਾਧੀ, ਜਦੋਂ ਗੁਰੂ ਜੀ ਨੇ ਆਪਣਾ ਸੀਤ ਪ੍ਰਸ਼ਾਦ ਭੋਜਨ ਦਿੱਤਾ ਹੈ ਬਚਿਆ ਅੱਧਾ, ਦੋਵਾਂ ਨੇ ਛਕਿਆ ਤੇ ਐਸੀ ਸਮਾਧੀ ਲੱਗੀ, 3 ਪੈਰ ਲੰਘ ਗਏ, 9 ਘੰਟੇ ਲੰਘ ਗਏ ਸਮਾਧੀ ਵਿੱਚ। ਅੰਮ੍ਰਿਤ ਵੇਲਾ ਜਦੋਂ ਹੋਇਆ ਪਹਿਰ ਰਾਤ ਰਹਿੰਦਿਆਂ ਗੁਰੂ ਨਾਨਕ ਸਾਹਿਬ ਜੀ ਉਥਾਨ ਹੋਏ ਹੈ, ਸਮਾਧੀ ਤੋਂ ਉੱਠੇ ਹੈ, ਇਸ਼ਨਾਨ ਕੀਤਾ ਹੈ, ਸਮਾਧੀ ਲੀਨ ਹੋਏ, ਸੂਰਜ ਚੜ੍ਹਿਆ। ਫਿਰ ਇੰਦਰਸੈਨ ਨੂੰ ਕਿਹਾ ਹੈ ਵੀ ਮਹਾਰਾਜ ਕਹਿੰਦੇ ਵੀ ਤੁਸੀਂ ਗੁਰਮੁਖ ਪਦਵੀ ਜਿਹੜੀ ਹੈ ਉਹ ਲੈ ਲਓ ਤੇ ਗੁਰਮਤਿ ਦਾ ਪ੍ਰਚਾਰ ਕਰੋ, ਸਿੱਖੀ ਦਾ ਪ੍ਰਚਾਰ ਕਰੋ।
ਕਹਿੰਦੇ ਵੀ ਸਤਿਗੁਰੂ ਜੀ ਮੇਰੀ ਤੇ ਕੋਈ ਹੁਣ ਇੱਛਾ ਨਹੀਂ ਰਹਿ ਗਈ ਪ੍ਰਚਾਰ ਦੀ। ਸੰਸਾਰ ਤੇ ਮੈਂ ਤਿੰਨਾਂ ਸਮਿਆਂ 'ਚ ਨਾ ਹੋਇਆ ਵਾ, ਜਾਣਦਾ ਹਾਂ ਵੀ ਹੈ ਹੀ ਨਹੀਂ ਹੈ। ਮੈਂ ਨਹੀਂ ਹੁਣ ਚਾਹੁੰਦਾ ਕੋਈ ਪੂਜਾ ਪ੍ਰਤਿਸ਼ਠਾ ਆਪਣੀ ਕਰਾਉਣੀ। ਇਹਦਾ ਨਿਸ਼ਚਾ ਭਰੋਸਾ ਵੇਖ ਕੇ ਗੁਰੂ ਸਾਹਿਬ ਨੇ ਝੰਡਾ ਵਾਢੀ ਜੀ ਨੂੰ ਦੇ ਦਿੱਤੀ ਹੈ ਗੱਦੀ ਗੁਰਮਤਿ ਦੇ ਪ੍ਰਚਾਰ ਦੀ। ਅਤੇ ਉਹ ਸਤਿਗੁਰੂ ਜੀ ਦੀ ਆਗਿਆ ਲੈ ਕੇ ਅਸੀਮ ਫਲ ਜਿਹੜਾ ਰਾਜਧਾਨੀ ਸ਼ਹਿਰ ਚਲਿਆ ਗਿਆ ਹੈ। ਰਾਜੇ ਸੁਦਰਸੈਨ ਨੂੰ ਪਤਾ ਲੱਗਾ ਹੈ, ਉਸਨੇ ਮਨੁੱਖ ਭੇਜਿਆ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਮਿਲਾਂ। ਉਹ ਮਨੁੱਖ ਆ ਕੇ ਪੁੱਛਣ ਲੱਗਾ ਵੀ ਇੱਥੇ ਨਾਨਕ ਤਪਾ ਕੌਣ ਹੈ? ਜੋ ਇੰਦਰਸੈਨ ਹੈ, ਸੁਦਰਸੈਨ ਦਾ ਭਣੇਵਾਂ। ਉਹ ਗੁਰੂ ਸਾਹਿਬ ਨੂੰ ਕਹਿੰਦਾ ਵੀ ਮੈਂ ਜਾਂਦਾ ਹਾਂ ਮਹਾਰਾਜ ਜੀ ਦੇ ਨਾਲ, ਆਪਣੇ ਮਾਮਾ ਜੀ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਦਿਆਂਗਾ, ਕਿਉਂਕਿ ਤੁਹਾਨੂੰ ਮਿਲਿਆ ਨਹੀਂ ਹੈ। ਫਿਰ ਉਹ ਜੇ ਭੇਦ ਨਹੀਂ ਜਾਣੇਗਾ ਤਾਂ ਕੀ ਤੁਹਾਡਾ ਸਤਿਕਾਰ ਕਰੇਗਾ। ਉਹ ਫਿਰ ਗੁਰੂ ਜੀ ਦੀ ਆਗਿਆ ਲੈ ਕੇ ਇੰਦਰਸੈਨ ਗਿਆ, ਆਪਣੇ ਮਾਮਾ ਸੁਦਰਸੈਨ ਰਾਜੇ ਨੂੰ ਚੰਗੀ ਤਰ੍ਹਾਂ ਸਮਝਾਇਆ ਵੀ ਉਹ ਤਾਂ ਪਰਮੇਸ਼ਰ ਰੂਪ ਹੈ ਗੁਰੂ ਨਾਨਕ ਸਾਹਿਬ, ਉਹਨਾਂ ਦੀ ਤੂੰ ਸ਼ਰਨ ਫੜ ਲਾ, ਭਲਾ ਹੋ ਜਾਏਗਾ। ਸੁਦਰਸੈਨ ਨੇ ਉਸੇ ਤਰ੍ਹਾਂ ਹੀ ਕੀਤਾ, ਸਤਿਗੁਰੂ ਜੀ ਦੀ ਆ ਕੇ ਸ਼ਰਨ ਲਈ। ਮਹਾਰਾਜ ਨੇ ਵਰ ਬਖਸ਼ਿਆ ਕਿ ਜਿੰਨੇ 17 ਰਾਜੇ ਤੇਰੇ ਨੇੜੇ ਤੇੜੇ ਤੇਰੇ ਚਰਨਾਂ 'ਤੇ ਢਹਿ ਪੈਣਗੇ, ਤੂੰ ਸਭ ਦਾ ਸ਼੍ਰੋਮਣੀ ਹੋਵੇਂਗਾ, ਤੇਜ ਪ੍ਰਤਾਪੀ ਹੋਵੇਂਗਾ। ਇਹ ਸਤਿਗੁਰੂ ਜੀ ਤੋਂ ਇਹ ਵਰ ਲੈ ਕੇ ਬਹੁਤ ਪ੍ਰਸੰਨ ਹੋਇਆ। ਗੁਰੂ ਸਾਹਿਬ ਜੀ ਇਹਦਾ ਪ੍ਰੇਮ ਪਿਆਰ ਵੇਖ ਕੇ 1 ਮਹੀਨਾ ਇੱਥੇ ਰਹੇ ਸੁਦਰਸੈਨ ਦੇ ਕੋਲ। ਫਿਰ ਅੱਗੇ ਜਿਵੇਂ ਗੁਰੂ ਸਾਹਿਬ ਜੀ ਨੇ ਚਾਲਾ ਮਾਰਨਾ ਕੀਤਾ, ਉਹ ਪ੍ਰਸੰਗ ਆਪਾਂ ਸਰਵਣ ਕਰੀਏ। ਪਿਛਲਾ ਪ੍ਰਸੰਗ ਜੋ ਝੰਡਾ ਵਾਢੀ ਜਿਹਨੂੰ ਗੁਰੂ ਸਾਹਿਬ ਜੀ ਨੇ ਗੱਦੀ ਬਖਸ਼ੀ ਗੁਰਮਤਿ ਦੇ ਪ੍ਰਚਾਰ ਦੀ, ਅਤੇ ਸੁਦਰਸੈਨ ਨੂੰ ਇਹ ਗੱਲ ਕਹਿ ਦਿੱਤੀ ਵੀ ਝੰਡਾ ਵਾਢੀ ਸਾਡੇ ਸਿੱਖ ਨਾਲ ਤੂੰ ਕਦੀ ਚੜ੍ਹਾਈ ਨਹੀਂ ਕਰਨੀ ਹੈ, ਨਿਮ ਕੇ ਰਹਿਣਾ ਹੈ। ਜੇ ਤੂੰ ਭਲਾ ਚਾਹੁੰਦਾ ਹੈ, ਉਹਦਾ ਸਤਿਕਾਰ ਕਰਨਾ ਹੈ। ਸਾਰੇ ਇਲਾਕੇ ਨੂੰ ਹੀ ਭਾਈ ਝੰਡਾ ਵਾਢੀ ਦੇ ਚਰਨੀ ਮਾਰ ਨੇ ਪਾ ਕੇ ਪੂਜਨੀਕ ਬਣਾਇਆ ਹੈ। ਸਿੱਖੀ ਦਾ ਪ੍ਰਚਾਰ ਆਪ ਵੀ ਕੀਤਾ, ਸਭ ਨੂੰ ਨਾਮ 'ਚ ਪਾਇਆ। ਇਹ ਪ੍ਰਸੰਗ ਆਪਾਂ ਸਰਵਣ ਕੀਤੇ ਸੀ। ਹੁਣ ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਅੱਗੇ ਕਥਾ ਸਰਵਣ ਕਰੀਏ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਰਦੂਲ ਸ੍ਰੀ ਗੁਰਚਰਨਾ। ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਮਹਿਮਾ ਕਰ ਰਹੇ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਚਰਨ ਹਨ, ਉਹ ਜਿਵੇਂ ਸਾਰਦੂਲ ਸ਼ੇਰ ਹੈ, ਬੜਾ ਮਹਾਬਲੀ, ਬੜਾ ਬਲ ਵਾਲਾ, ਉਹਦੇ ਵਰਗੇ ਹੈ ਸਤਿਗੁਰੂ ਜੀ ਦੇ ਚਰਨ। 4 ਕਿਸਮਾਂ ਦੇ 4 ਤਰ੍ਹਾਂ ਦੇ ਸ਼ੇਰ ਮੰਨੇ ਹੈ। ਉਹਨਾਂ ਦੇ ਬਾਲ ਕਰਕੇ ਇਹਨਾਂ ਦੇ ਵੱਖੋ ਵੱਖਰੇ ਜਿਹੜੇ ਸ਼ੇਰਾਂ ਦੇ ਨਾਮ ਹੈ। ਇੱਕ ਸ਼ੇਰ ਹੈ, ਦੂਸਰਾ ਕਿਹਰੀ ਸ਼ੇਰ ਹੈ, ਤੀਸਰਾ ਬੱਬਰ ਸ਼ੇਰ ਅਤੇ ਚੌਥਾ ਸਾਰਦੂਲ ਸ਼ੇਰ ਜਿਹੜਾ ਸਭ ਤੋਂ ਵੱਡਾ ਹੈ। ਉਹ ਇਵੇਂ ਦੱਸਿਆ ਜਾਂਦਾ ਵੀ ਜਿਹੜੀ ਜੰਗਲੀਆਂ 21 ਝੋਟੀਆਂ ਹੁੰਦੀਆਂ, ਇੱਕ ਪਾਸੇ 21 ਝੋਟੀਆਂ ਹੋ ਜਾਣ ਅਤੇ ਇਕੱਲਾ ਸ਼ੇਰ ਹੋ ਜਾਵੇ ਤਾਂ ਉਹਨਾਂ ਨੂੰ ਦਬਾ ਲੈਂਦਾ ਹੈ, ਇੰਨਾ ਦਾ ਜਜ਼ਬਾ ਹੈ। ਅਤੇ ਇੱਧਰ ਇੱਕ ਸ਼ੇਰ, ਉੱਧਰ 21 ਝੋਟੀਆਂ, ਅਤੇ ਉਹ ਬਰਾਬਰੀ ਕਰਦਾ ਹੈ ਇਕੱਲਾ ਸ਼ੇਰ, ਉਹਨਾਂ 'ਤੇ ਉਹਦੀ ਤਾਕਤ ਜ਼ਿਆਦਾ ਹੈ। ਫਿਰ 21 ਸ਼ੇਰ ਇੱਕ ਪਾਸੇ ਹੋ ਜਾਣ ਅਤੇ ਇੱਕ ਪਾਸੇ ਕਿਹਰੀ ਸ਼ੇਰ ਹੋ ਜਾਵੇ, ਜਿਹਦਾ ਲੱਕ ਬੜਾ ਸੂਖਮ ਹੈ, ਉਹਨੂੰ ਕਿਹਰੀ ਸ਼ੇਰ ਕਿਹਾ ਜਾਂਦਾ ਹੈ। ਅਤੇ ਉਹ ਕਿਹਰੀ ਸ਼ੇਰ ਇੱਕ ਪਾਸੇ, 21 ਸ਼ੇਰ ਇੱਕ ਪਾਸੇ, ਉਹ ਕਿਹਰੀ ਸ਼ੇਰ ਇਕੱਲਾ ਹੀ ਨਾ ਮੁਕਾਬਲਾ ਕਰਦਾ ਹੈ। ਫਿਰ 21 ਕਿਹਰੀ ਸ਼ੇਰ ਹੋ ਜਾਣ, ਇੱਕ ਪਾਸੇ ਬੱਬਰ ਸ਼ੇਰ ਜਿਹੜਾ ਜੱਤ ਵਾਲਾ ਉਹ ਹੋ ਜਾਵੇ, ਉਹ ਇਕੱਲਾ ਹੀ ਮੁਕਾਬਲਾ ਕਰਦਾ 21 ਕਿਹਰੀ ਸ਼ੇਰਾਂ ਦਾ। ਅਤੇ ਉੱਧਰ ਫਿਰ 21 ਬੱਬਰ ਸ਼ੇਰ ਹੋ ਜਾਣ,
ਇੱਕ ਇਕੱਲਾ ਹੀ ਸਾਰਦੂਲ ਸ਼ੇਰ ਹੋ ਜਾਵੇ ਤਾਂ ਉਹ 21 ਬੱਬਰ ਸ਼ੇਰਾਂ ਦਾ ਮੁਕਾਬਲਾ ਕਰਦਾ ਹੈ। ਇੰਨੀ ਸਾਰਦੂਲ ਸ਼ੇਰ 'ਚ ਤਾਕਤ ਹੈ, ਇੰਨਾ ਬਲੀ ਹੈ ਉਹ। ਗੁਰਬਾਣੀ 'ਚ ਬਚਨ ਆਉਂਦਾ ਹੈ, ਗਊ ਕੋ ਚਾਰੇ ਸਾਰਦੂਲ, ਕੌਡੀ ਕਾ ਲਖ ਹੁਆ ਮੂਲ, ਬੱਕਰੀ ਕੋ ਹਸਤੀ ਪ੍ਰਤਪਾਲੈ, ਆਪਣਾ ਪ੍ਰਭ ਨਜ਼ਰ ਨਿਹਾਲੇ। ਇਹ ਪਰਮ ਗੁਰੂ ਮਹਾਰਾਜ ਦੀ ਮੌਜ ਹੀ ਹੈ ਪਰਮੇਸ਼ਰ ਦੀ, ਵੀ ਜਿਹੜਾ ਸਾਰਦੂਲ ਸ਼ੇਰ ਇੰਨਾ ਬਲੀ ਹੈ, ਜੋ ਪਰਮੇਸ਼ਰ ਦੀ ਮਰਜ਼ੀ ਹੋਵੇ ਜਦੋਂ ਚਾਹੁੰਦਾ ਹੈ, ਉਹ ਐਡਾ ਤਗੜਾ ਸਾਰਦੂਲ ਸ਼ੇਰ ਵੀ ਗਊਆਂ ਚਾਰਦਾ ਹੈ। ਉਹ ਗਊਆਂ ਨੂੰ ਚਾਰਦਾ ਹੈ ਆਪ। ਅਤੇ ਇਹ ਕ੍ਰਿਸ਼ਨ ਭਗਵਾਨ ਦੇ ਸਮੇਂ ਵੀ ਜਿਹੜਾ ਗਾਂ ਦੀ ਰੱਖਿਆ ਕਰਦਾ ਸੀ ਸ਼ੇਰ, ਇੱਕ ਲੌਕਿਕ ਪ੍ਰਮਾਣ ਵੀ ਹੈ, ਸਾਖੀ ਵੀ ਆਉਂਦੀ ਹੈ। ਫਿਰ ਬੱਕਰੀ ਜਿਹੜੀ ਆ, ਬੱਕਰੀ ਨੂੰ ਹਾਥੀ ਜਿਹੜਾ ਆਪਣੀ ਪਿੱਠ 'ਤੇ ਬਿਠਾ ਕੇ ਤੇ ਪੱਤੇ ਖਵਾਉਂਦਾ ਫਿਰਦਾ ਹੈ। ਬੱਕਰੀ ਕੋ ਹਸਤੀ ਪ੍ਰਤਪਾਲੈ, ਆਪਣਾ ਪ੍ਰਭ ਨਜ਼ਰ ਨਿਹਾਲੇ। ਜਦੋਂ ਪਰਮੇਸ਼ਰ ਨਜ਼ਰ ਆਪਣੀ ਕਰ ਦੇਵੇ, ਇਸ ਤਰ੍ਹਾਂ ਹੋ ਜਾਂਦਾ ਹੈ। ਇਹ ਵੀ ਕੋਈ ਵੱਡੀ ਗੱਲ ਨਹੀਂ। ਕਿਉਂਕਿ ਕਰਨ ਹਾਰ ਕਉ ਕਿਛ ਅਚਰਜ ਨਾਹੀਂ। ਕਰਨ ਵਾਲੇ ਪਰਮੇਸ਼ਰ ਨੂੰ ਕਹਿੰਦੇ ਕੋਈ ਅਚਰਜਤਾ ਵਾਲੀ ਗੱਲ ਨਹੀਂ ਆ ਵੀ ਆਹ ਕੰਮ ਹੋ ਨਹੀਂ ਸਕਦਾ। ਜਿਵੇਂ ਜਲ ਤੇ ਥਲ ਕਰ, ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ। ਇਹ ਉਹ ਜੜ੍ਹਾਂ ਤੋਂ ਸੁੱਕੇ ਥਾਂ ਕਰ ਦਿੰਦਾ ਹੈ ਅਤੇ ਸੁੱਕਿਆਂ ਥਾਵਾਂ ਨੂੰ ਐ ਖੂਹ ਬਣਾ ਦਿੰਦਾ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਜਿਹੜੇ ਸੁੱਕੇ ਥਾਂ ਉਹਨਾਂ ਨੂੰ ਖੂਹ ਬਣਾ ਦਿੰਦਾ ਹੈ। ਖੂਹਾਂ ਤੋਂ ਸਮੇਰ ਪਰਬਤ ਕਰ ਦਿੰਦਾ ਹੈ। ਮੂਰਖਾਂ ਨੂੰ ਪੰਡਤ ਬਣਾ ਦਿੰਦਾ ਹੈ, ਪੰਡਤਾਂ ਨੂੰ ਮੂਰਖ ਕਰ ਦਿੰਦਾ ਹੈ। ਉਹਦੀ ਮੌਜ ਹੈ ਪਰਮੇਸ਼ਰ ਦੀ। ਕਵੀ ਸਾਹਿਬ ਜੀ ਇੱਥੇ ਕਹਿ ਰਹੇ ਹਨ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਚਰਨ ਹੈ, ਉਹ ਸਾਰਦੂਲ ਸ਼ੇਰ ਵਰਗੇ ਹੈ, ਬੜੇ ਬਲੀ। ਸਰਨ ਪਰਿਓ ਮੈਂ ਧਾਏ, ਐਸੇ ਚਰਨਾਂ ਦੀ ਸ਼ਰਨ ਮੈਂ ਦੌੜ ਕੇ ਜਾ ਪਿਆ ਹਾਂ। ਜੰਬਕ ਜਾਮਾ ਬਪੁਰਾ ਨਿਬਲ, ਫਿਰ ਜਿਹੜਾ ਜਾਮ ਹੈ ਵਿਚਾਰਾ ਗਰੀਬ ਕਮਜ਼ੋਰ ਜਿਹਾ, ਇਹਦੇ ਗਿੱਦੜ ਦੀ ਨਿਆਈ ਹੈ। ਜਾਮ ਗਿੱਦੜ ਦੀ ਨਿਆਈ ਹੈ। ਇਹ ਵਿਚਾਰਾ ਕਮਜ਼ੋਰ ਜਿਹਾ ਕੀ ਕਰ ਸਕਦਾ ਹੈ। ਤਾਂ ਕੋ ਕਹਾਂ ਬਸਾਏ, ਵੀ ਇਸ ਗਿੱਦੜ ਜਮ ਦਾ ਕੀ ਵਸ ਚੱਲੇ, ਜਿੱਥੇ ਸਤਿਗੁਰੂ ਜੀ ਦੇ ਚਰਨ ਹੈ ਸਾਰਦੂਲ ਸ਼ੇਰ ਵਰਗੇ। ਜਿਵੇਂ ਗਿੱਦੜ, ਕਿੰਨੀਆਂ ਗਿੱਦੜਾਂ ਦੀਆਂ ਡਾਰਾਂ ਹੋਣ, ਸ਼ੇਰ ਇਕੱਲਾ ਹੀ ਆ ਜੇ ਗਿੱਦੜਾਂ ਨੂੰ ਭਾਜੜ ਪੈ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸਾਰਦੂਲ ਸ਼ੇਰ ਵਰਗੇ ਹੈ। ਅਤੇ ਕਵੀ ਸਾਹਿਬ ਜੀ ਕਹਿੰਦੇ ਵੀ ਐਸੇ ਚਰਨਾਂ ਦੀ ਸ਼ਰਨ ਮੈਂ ਜਾ ਪਿਆ ਹਾਂ। ਜਿਹੜਾ ਜਾਮ ਹੈ ਗਿੱਦੜ ਦੀ ਨਿਆਈ, ਇਹ ਵਿਚਾਰਾ ਕਮਜ਼ੋਰ ਗਰੀਬੜਾ ਜਿਹਾ ਭਲਾ ਕੀ ਕਰ ਸਕਦਾ, ਇਹਦਾ ਕੀ ਵਸ ਚੱਲੇ ਉੱਥੇ। ਵੀ ਇਹ ਤੋਂ ਕਹਿੰਦੇ ਮੈਂ ਨਹੀਂ ਡਰਦਾ ਹਾਂ। ਮੈਂ ਤਾਂ ਸਿੱਧਾ ਕਹਿੰਦਾ ਵੀ ਜਮ ਤੋਂ ਮੈਂ ਨਹੀਂ ਡਰਦਾ ਹਾਂ। ਮੈਨੂੰ ਤਾਂ ਗੁਰੂ ਦੇ ਚਰਨ ਸਾਰਦੂਲ, ਉਹਨਾਂ ਦੀ ਸ਼ਰਨ ਹੈ, ਉਹਨਾਂ ਦੇ ਮੈਂ ਆਸਰੇ ਚਰਨੀ ਪਿਆ ਹਾਂ, ਮਹਾਰਾਜ ਦੇ ਚਰਨਾਂ ਦੇ। ਇਹਦਾ ਕੀ ਵਸ ਚੱਲ ਸਕਦਾ ਹੈ ਜਾਮੂ ਗਿੱਦੜ ਦਾ। ਇਹ ਤਾਂ ਸਗੋਂ ਹੱਥ ਜੋੜਦਾ ਵੀ ਮੈਨੂੰ ਬਖਸ਼ਦਾ, ਕਿਤੇ ਗੁਰੂ ਨਾਨਕ ਸਾਹਿਬ ਦਾ ਸਲੋਤਰ ਮੈਨੂੰ ਨਾ ਪੈ ਜਾਏ। ਸ੍ਰੀ ਬਾਲਾ ਸੰਦਰਵਾਚ ਚੌਪਈ, ਸੁਨਹੁ ਕਥਾ ਸ੍ਰੀ ਅੰਗਦ ਰੂਰੀ। ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਜੋ ਗੁਰੂ ਨਾਨਕ ਸਾਹਿਬ ਜੀ ਦੀ ਸੋਹਣੀ ਕਥਾ ਹੈ, ਮੇਰੇ ਭਾਈ ਬਾਲਾ ਪਾਸੋਂ ਸੁਣੋ ਜੀ। ਸਰਬ ਕਾਮਨਾ ਕਰਹਿ ਜੋ ਪੂਰੀ, ਆ ਜਿਹੜੀ ਵੀ ਕੋਈ ਕਾਮਨਾ ਕਰੇ, ਕੋਈ ਮਨ 'ਚ ਵੀ ਮੇਰੀ ਆਹ ਇੱਛਾ ਹੈ, ਉਸ ਕਾਮਨਾ ਨੂੰ ਪੂਰੀ ਕਰਨ ਵਾਲੀ ਹੈ ਸਤਿਗੁਰੂ ਜੀ ਦੀ ਕਥਾ। ਸੁਦਰਸੈਨ ਕੇ ਦੇ ਉਰ ਧੀਰਾ, ਸੁਦਰਸੈਨ ਰਾਜਾ ਜੋ ਅਸੀਮ ਫਲ ਰਾਜਧਾਨੀ ਮਣੀਪੁਰ ਰਿਆਸਤ ਦਾ ਸੀ, ਉਸ ਨੂੰ ਇਸ ਤਰ੍ਹਾਂ ਮਹਾਰਾਜ ਧੀਰਜ ਦੇ ਕਰਕੇ, ਗਮਨੇ ਆਗੇ ਗੁਣੀ ਗਹੀਰਾ, ਜੋ ਗੁਣਾਂ ਵਿੱਚ ਬੜੇ ਡੂੰਘੇ ਹੈ ਸਤਿਗੁਰੂ ਜੀ, ਜਾਂ ਗੁਣਾਂ ਦੇ ਸਮੁੰਦਰ ਹੈ,
ਅੱਗੇ ਤੁਰੇ ਜਾਂਦੇ ਹੈ। ਚੱਲੇ ਜਾਹੇ ਸਾਗਰ ਪੈ ਐਸੇ। ਸੱਚੇ ਪਾਤਸ਼ਾਹ ਜੀ ਸਮੁੰਦਰ ਉੱਪਰ ਤੇ ਇਸ ਤਰ੍ਹਾਂ ਚੱਲੇ ਜਾਂਦੇ ਹਨ। ਬਿਨਾ ਪੰਖ ਧਰਨੀ ਪਰ ਜਾਸੇ। ਜਿਸ ਤਰ੍ਹਾਂ ਕੋਈ ਮਨੁੱਖ ਆ ਚਿੱਕੜ ਤੋਂ ਬਿਨਾਂ ਧਰਤੀ ਹੋਵੇ ਤੇ ਉਹਦੇ ਉੱਪਰ ਪੈਰ ਪਾਉਂਦਾ, ਵੀ ਪੈਰ ਆਨੰਦ ਵਿੱਚ ਰੱਖਦਾ ਵੀ ਕਿਹੜਾ ਗੰਦਾ ਹੋ ਜਾਣਾ ਹੈ। ਇਸੇ ਤਰ੍ਹਾਂ ਮਹਾਰਾਜ ਸਮੁੰਦਰ ਉੱਪਰ ਜਿਵੇਂ ਧਰਤੀ 'ਤੇ ਚੱਲੀਦਾ ਇਸ ਤਰ੍ਹਾਂ ਚਲੇ ਜਾ ਰਹੇ ਹੈ। ਪਾਣੀ ਛੂੰਹਦਾ ਨਹੀਂ ਹੈ ਗੁਰੂ ਜੀ ਦੇ ਚਰਨਾਂ ਨੂੰ। ਭਗਤ ਜਾਤ ਸ੍ਰੀ ਮੁਖ ਤੇ ਬਚਨਾ। ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਚੱਲਦਿਆਂ ਚੱਲਦਿਆਂ ਇਵੇਂ ਬਚਨ ਮੁਖੋਂ ਕਹਿੰਦੇ ਜਾਂਦੇ ਆ, ਕਰਦੇ ਜਾਂਦੇ ਹਨ। ਹਾਸ ਕਰਨਾ ਕੀ ਜਿਨ ਮਹਿ ਰਚਨਾ। ਜਿਨ੍ਹਾਂ ਬਚਨਾਂ ਦੇ ਵਿੱਚ ਹਾਸ ਵਿਲਾਸ ਕਰਨ ਦੀ ਰਚਨਾ ਹੈ। ਗੁਰੂ ਨਾਨਕ ਸਾਹਿਬ ਜੀ ਜਿਹੜੇ ਬਚਨ ਕਰਦੇ ਭਾਈ ਮਰਦਾਨੇ ਨੂੰ, ਤੇ ਉਹਨਾਂ ਵਿੱਚ ਸੁਣ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਬੜਾ ਹਾਸਾ ਆਉਂਦਾ ਹੈ। ਟਾਪੂ ਆਵਾ ਏਕ ਅਗਾਰੀ। ਚੱਲਦਿਆਂ ਚੱਲਦਿਆਂ ਇੱਕ ਸਮੁੰਦਰ ਵਿੱਚ ਟਾਪੂ ਆ ਗਿਆ, ਜਿੱਥੇ ਸਮੁੰਦਰ ਵਿੱਚ ਕੋਈ ਥਾਂ ਜੀ ਆ ਜੇ ਖੁਸ਼ਕ ਜੀ ਉੱਚੀ ਜੀ, ਤੇ ਕੁਝ ਸ਼ਹਿਰ ਵਸਿਆ ਹੋਵੇ, ਕੁਝ ਘਰ ਵਸੇ, ਉਹਨਾਂ ਨੂੰ ਟਾਪੂ ਕਹੀਦਾ ਹੈ। ਤੇ ਜਿੱਥੇ ਸਮੁੰਦਰੀ ਜਹਾਜ਼ ਲੱਗਦੇ ਉਹਨੂੰ ਬੰਦਰਗਾਹਾਂ ਕਿਹਾ ਜਾਂਦਾ ਹੈ। ਅੱਜ ਕੱਲ੍ਹ ਤੇ ਉਹ ਸ਼ਿਪ ਯਾਰਡ ਜਾਂ ਜੱਟੀ ਕਹਿ ਦਿੰਦੇ ਹੈ, ਉਹ ਬੰਦਰਗਾਹ ਕਿਹਾ ਜਾਂਦਾ ਜਿੱਥੇ ਸਮੁੰਦਰੀ ਜਹਾਜ਼ ਆ ਕੇ ਖੜ੍ਹਦੇ ਹੈ। ਜਦੋਂ ਚੱਲੇ ਆ ਗੁਰੂ ਸਾਹਿਬ ਜੀ, ਇੱਕ ਟਾਪੂ ਆ ਗਿਆ ਸਮੁੰਦਰ ਵਿੱਚ ਜਿੱਥੇ ਆ ਨਗਰ ਸ਼ਹਿਰ ਵਸੇ ਹੋਏ ਹੈ। ਗਮਨ ਕੀਨਾ ਪੁਨ ਤਾਹੇ ਮਝਾਰੀ। ਉਸ ਟਾਪੂ ਦੇ ਵਿੱਚ ਜਾਂ ਜੰਗਲ ਵਿੱਚ ਮਹਾਰਾਜ ਜੀ ਨੇ ਜਾਣਾ ਕੀਤਾ। ਦੋਏ ਕੋਸ ਤੇ ਪੁਰ ਏਕ ਦੇਖਾ। ਉੱਥੋਂ 2 ਕੋਹ ਦੇ ਇੱਕ ਸ਼ਹਿਰ ਵੇਖਿਆ ਸਤਿਗੁਰੂ ਜੀ ਨੇ। ਅਤ ਸੁੰਦਰ ਜਿਹ ਦੁਰਗ ਬਸੇਖਾ। ਜਿਸ ਸ਼ਹਿਰ ਦੀਆਂ ਬਹੁਤ ਸੁੰਦਰ ਦੀਵਾਰਾਂ ਹੈ, ਕਿਲੇ ਦੀਆਂ ਬਹੁਤ ਤਕੜੀਆਂ ਤਕੜੀਆਂ। ਤਿਹਠਾਂ ਬੈਸ ਗਏ ਗਤ ਦਾਨਾ। ਮੁਕਤੀ ਦਾਤਾ ਸਤਿਗੁਰ ਜੀ ਦੀ ਮੌਜ ਹੈ। ਉਹ ਸ਼ਹਿਰ ਤੋਂ 2 ਕੋਹ ਪਿੱਛੇ ਹੀ ਬੈਠ ਗਏ ਸੱਜ ਵੱਜ ਕੇ। ਨਿਕਟ ਨਗਰ ਨਹਿ ਕੀਨ ਪਿਆਨਾ। ਉਹ ਨਗਰ ਦੇ ਵਿੱਚ ਜਾਣਾ ਹੀ ਨਹੀਂ ਕੀਤਾ, ਇਹ ਵੀ ਗੁਰੂ ਜੀ ਦੀ ਮੌਜ ਹੀ ਹੈ। 3 ਦਿਵਸ ਬੀਤੇ ਉਦਿਆਨਾ। ਉਹ ਜੰਗਲ ਵਿੱਚ ਬੈਠਿਆਂ ਬੈਠੇ ਸਤਿਗੁਰੂ ਜੀ ਨੂੰ ਜਦੋਂ 3 ਕੁ ਦਿਨ ਬੀਤ ਕੇ ਲੰਘ ਗਏ ਹਨ। ਤਬ ਮਰਦਾਨੇ ਬਚਨ ਬਖਾਨਾ। ਤਦੋਂ ਭਾਈ ਮਰਦਾਨੇ ਨੇ ਬਚਨ ਕਿਹਾ, ਆਇਸ ਦੇਹੋ ਨਗਰ ਮਹਿ ਜਾਵਾਂ। ਮਹਾਰਾਜ ਤੁਸੀਂ ਤੇ ਇੱਥੇ ਬੈਠੇ ਰਹਿਣਾ ਹੈ, ਲੱਗਦਾ ਮੈਨੂੰ ਆਗਿਆ ਦੇ ਦਿਓ, ਮੈਂ ਤੇ ਨਗਰ ਜਾਵਾਂ, ਸ਼ਹਿਰ ਵੇਖਾਂ ਜਾ ਕੇ। ਤਿਹ ਬਿਲੋਕ ਮੈਂ ਤੂਰਨ ਆਵਾਂ। ਉਹ ਸ਼ਹਿਰ ਨੂੰ ਦੇਖ ਕੇ ਬੜੀ ਛੇਤੀ ਤੁਹਾਡੇ ਕੋਲ ਆ ਜਾਵਾਂਗਾ। ਬੋਲਤ ਭੇ ਸ੍ਰੀ ਮੁਖ ਬਿਗਸਾਨੇ। ਸਤਿਗੁਰੂ ਨਾਨਕ ਸਾਹਿਬ ਜੀ ਮੁਖੋਂ ਹੱਸਦਿਆਂ ਹੱਸਦਿਆਂ ਬਚਨ ਬੋਲਣ ਲੱਗੇ। ਸਦਾ ਲੱਗੀ ਹੋਏ ਹੈ ਮਰਦਾਨੇ। ਮਹਾਰਾਜ ਕਹਿੰਦੇ ਮਰਦਾਨਿਆਂ ਵੀ ਸ਼ਹਿਰ ਤੇ ਤੂੰ ਕੀ ਵੇਖਣਾ, ਭੁੱਖ ਹੀ ਲੱਗੀ ਹੋਵੇਗੀ ਤੈਨੂੰ। ਦੋਹਰਾ ਤੁਮਕੋ ਭੁੱਖ ਨਾ ਵਿਆਪਈ। ਕਹਿੰਦੇ ਸਤਿਗੁਰੂ ਜੀ ਤੁਹਾਨੂੰ ਤੇ ਭੁੱਖ ਲੱਗਦੀ ਨਹੀਂ ਹੈ। ਦਿਖਾ ਸੰਤਾਏ ਨਾ ਕੋਈ। ਨਾ ਕੋਈ ਤੇਈ ਤੰਗ ਕਰਦੀ, ਨਾ ਭੁੱਖ ਹੀ ਲੱਗਦੀ ਹੈ ਕੋਈ। ਮੋਕ ਆਤੁਰ ਅਤ ਕਰੈ। ਮੈਨੂੰ ਦੇ ਭੁੱਖ ਤੇ ਬੜੀ ਦੁਖੀ ਕਰਦੀ, ਵਿਆਕਲ ਕਰਦੀ ਹੈ ਹਰ ਸਮੇਂ। ਕਿਉ ਨਿਰਬਾਹੇ ਹਮ ਹੋਏ। ਆ ਮੇਰਾ ਵੀ ਤੁਹਾਡੇ ਨਾਲ ਕਿਵੇਂ ਨਿਰਬਾਹ ਹੋਵੇ, ਨਾ ਤੁਹਾਨੂੰ ਨਾ ਭੁੱਖ ਨਾ ਤੇ ਮੈਨੂੰ ਤੇ ਤੰਗ ਕਰਦੀ, ਸਤਾਉਂਦੀ ਐ ਹਰ ਵੇਲੇ। ਚੌਪਈ ਫਿਰਾਂ ਸੰਗ ਤੁਮਰੇ ਹੱਠ ਕਰਕੇ। ਮੈਂ ਤੇ ਫਿਰ ਵੀ ਚੰਗਾ ਹਾਂ ਕਿ ਤੁਹਾਡੇ ਨਾਲ ਹੱਠ ਜਾ ਕਰਕੇ ਤੁਰਿਆ ਹੀ ਫਿਰਦਾ ਹਾਂ। ਅਚਾ ਅਸਨਾ ਅਬ ਨਗਰ ਨਿਹਰ ਕੇ। ਹੁਣ ਮੈਨੂੰ ਆਗਿਆ ਦਿਓ, ਮੈਂ ਸ਼ਹਿਰ ਦੇ ਕੇ
ਕਿਤੇ ਨਾ ਕਿਤੇ ਮੰਗ ਮੁੰਗ ਕੇ ਭੋਜਨ ਛਕਾਂਗਾ। ਸ੍ਰੀ ਗੁਰ ਭਲੇ ਤਰਹੁ ਸੰਤੋਖੰ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਮਰਦਾਨਿਆ ਕਿਤੇ ਦੇ ਸੰਤੋਖ ਰੱਖਿਆ ਕਰ। ਸ੍ਰੀ ਕਰਤਾਰ ਕਰੈ ਤਬ ਪੋਖੰ। ਉਹ ਕਰਤਾਰ ਪਰਮੇਸ਼ਰ ਸਭ ਨੂੰ ਦਿੰਦਾ ਹੈ, ਤੇਰਾ ਵੀ ਉਹ ਪਾਲਣ ਪੋਸ਼ਣ ਆਪੇ ਕਰੇਗਾ। ਜਤਨ ਕਰਨ ਹਿਤ ਮਨ ਨਾ ਗਲਾਵਹੁ। ਵੀ ਮੈਂ ਸ਼ਹਿਰ ਚਲਿਆ ਜਾਵਾਂ ਉੱਥੇ ਮੰਗ ਕੇ ਕੁਝ ਖਾ ਲਵਾਂ, ਇਹ ਯਤਨ ਜਿਹਾ ਕਰਨ ਵਾਸਤੇ ਕਿਉਂ ਤੂੰ ਮਨ ਡਲਾਉਣਾ ਹੈ। ਪ੍ਰਲਬਧ ਬੈਠੇ ਹੀ ਪਾਵਹੁ। ਜੇ ਉਹ ਤੇਰੀ ਕਿਸਮਤ ਵਿੱਚ ਹੈ, ਪ੍ਰਲਬਧ ਵਿੱਚ ਇੱਥੇ ਰਹਿ ਬੈਠਾ ਹੀ ਪਾ ਲਵੇਂਗਾ, ਇੱਥੇ ਮਿਲ ਜਾਵੇਗਾ। ਪੂਜਨ ਲੱਗਾ ਬਹੁਰ ਮਰਦਾਨਾ। ਭਾਈ ਮਰਦਾਨਾ ਤੇ ਫਿਰ ਪੁੱਛਣ ਲੱਗਾ ਸਤਿਗੁਰੂ ਜੀ ਨੂੰ, ਕਿਆ ਇਹ ਪੁਰ ਕੋ ਨਾਮ ਸੁਜਾਨਾ। ਠੀਕ ਮਹਾਰਾਜ ਸੰਤੋਖ ਕਰਕੇ ਬਹਿ ਜਾਂਦੇ ਆ, ਦੱਸੋ ਆ ਸ਼ਹਿਰ ਦਾ ਨਾਂ ਕੀ ਹੈ ਭਲਾ। ਸੁਨ ਸ੍ਰੀ ਗੁਰ ਨੇ ਦੀਨ ਬਤਾਈ। ਸੁਣ ਕੇ ਸਤਿਗੁਰੂ ਜੀ ਨੇ ਜਿਹੜਾ ਦੱਸਣਾ ਕੀਤਾ। ਨਾਮ ਬ੍ਰਹਮਪੁਰ ਇਸਹ ਲਾਈ। ਇਹ ਭਾਈ ਮਰਦਾਨਾ ਇਹਦਾ ਨਾਮ ਬ੍ਰਹਮਪੁਰਾ ਕਿਹਾ ਜਾਂਦਾ। ਸਾਰੇ ਇਸ ਨੂੰ ਬ੍ਰਹਮਪੁਰਾ ਕਰਕੇ ਜਾਣਦੇ ਆ ਸ਼ਹਿਰ ਨੂੰ। ਜਾਨਹ ਬ੍ਰਾਹਮਣ ਭੂਪਤ ਨਗਰਾ। ਇਹ ਸਾਰਾ ਜਿਹੜਾ ਨਗਰ ਹੈ ਇਹਦਾ ਰਾਜਾ ਤੂੰ ਜਾਣ ਲੈ ਵੀ ਬ੍ਰਾਹਮਣ ਹੈ। ਕਰਤ ਰਾਜ ਇਹ ਟਾਪੂ ਸਗਰਾ। ਇਹ ਸਾਰੇ ਟਾਪੂ ਦੇ ਉੱਪਰ ਬ੍ਰਹਮਪੁਰਾ ਸ਼ਹਿਰ ਦੇ ਉੱਪਰ ਉਹ ਬ੍ਰਾਹਮਣ ਰਾਜਾ ਹੀ ਰਾਜ ਕਰਦਾ ਹੈ। ਤਹਤ ਪਰਸ ਪਰ ਇਸ ਤਿਤ ਬੈਨਾ। ਇਸ ਤਰ੍ਹਾਂ ਸਤਿਗੁਰ ਜੀ ਤੇ ਭਾਈ ਮਰਦਾਨਾ ਆਪੋ ਵਿੱਚ ਹੀ ਬਚਨ ਕਹਿ ਰਹੇ ਸਨ। ਜੇ ਨਿਜ ਕਿੰਕਰ ਕੇ ਗਤ ਦਾਨਾ। ਜੋ ਸਤਿਗੁਰ ਜੀ ਆਪਣੇ ਦਾਸਾਂ ਨੂੰ ਮੁਕਤੀ ਦੇਣ ਵਾਲੇ ਹਨ। ਸ਼ਨ ਬ੍ਰਿੰਦ ਮਿਰਗ ਲਗ ਆਏ। ਉਸ ਸਮੇਂ ਬਹੁਤ ਸਾਰੇ ਜਿਹੜੇ ਹਿਰਨਾਂ ਦੇ ਬੱਚੇ ਆ ਛੋਟੇ ਛੋਟੇ ਆ ਉਹ ਲੰਘ ਕੇ ਆਏ ਐ। ਜਗਤ ਬਿਲੋਕਤ ਸ਼ਰਨ ਉਠਾਏ। ਤੇ ਉਹਨਾਂ ਸਤਿਗੁਰੂ ਜੀ ਨੂੰ ਦੇਖ ਕੇ ਮੈਂ ਕੰਨ ਜੇ ਤਾਂ ਖੜੇ ਕੀਤੇ, ਹੈਰਾਨ ਜਿਹਾ ਹੋ ਕੇ ਦੇਖਦੇ ਵੀ ਆ ਕੌਣ ਆ ਗਏ ਹਨ। ਭੈ ਕਰ ਭਾਗੇ ਜਾਹੇ ਅਗਾਰੇ। ਫਿਰ ਭੈ ਜਿਹਾ ਕਰਕੇ ਤੇ ਅੱਗੇ ਚਲੇ ਜਾਈ ਜਾ ਰਹੇ ਹੈ। ਆਵਤ ਸ਼ੂਕਰ ਬਾਹਰ ਨਿਹਾਰੇ। ਉਹਨਾਂ ਦੇ ਪਿੱਛੇ ਪਿੱਛੇ ਮੁੜ ਜਿਹੜੇ ਸੂਰ ਆ ਉਹ ਆਉਂਦੇ ਦੇਖੇ ਜਾ ਰਹੇ ਸਨ। ਬਦਨ ਰਦਨ ਸ਼ਬ ਆਸ ਤਿਹ ਠਾਰੇ। ਉਸ ਥਾਂ ਜਿਹੜੇ ਉਹਨਾਂ ਦਾ ਮੁੱਖ ਵਾਲਾ ਥਾਂ ਹੈ ਸੂਰਾਂ ਦੇ, ਉਹਦੀ ਤੇ ਐਸੀ ਛਵੀ ਦੰਦਾਂ ਦੀ। ਜਨ ਸਸ ਗਹੇ ਰਾਹ ਬਹੁਦਾਰੇ। ਮਾਨੋ ਵੀ ਜਿਹੜਾ ਚੰਦਰਮਾ ਨੂੰ ਫੜ ਕੇ ਬਹੁਤੇ ਰਾਹੂ ਹੀ ਦੌੜ ਰਹੇ ਹੋਣ। ਉਹ ਜਿਹੜੇ ਸੂਰ ਉਹ ਕਾਲੇ ਰੰਗ ਦੇ ਸੀ ਤੇ ਦੰਦ ਜਿਹੜੇ ਚਿੱਟੇ ਸਨ ਚੰਦਰਮਾ ਵਰਗੇ, ਜਿਸ ਕਰਕੇ ਵੀ ਮਾਨੋ ਕਿ ਜਿਹੜੇ ਉਹ ਸੂਰ ਹੈ ਕਾਲੇ ਕਾਲੇ ਉਹ ਰਾਹੂ ਹੈ ਬਹੁਤੇ, ਤੇ ਜਿਹੜੇ ਉਹ ਦੰਦ ਲੱਗੇ ਹੋਏ ਦੋ ਦੋ ਸੂਰਾਂ ਦੇ ਬਾਰ-ਬਾਰ ਉਹ ਚੰਦਰਮਾ ਵਰਗੇ ਆ ਚਿੱਟੇ ਚਿੱਟੇ ਬਹੁਤ। ਜਿਹੜੇ ਰਾਹੂ ਆ ਉਹੀ ਮਾਨੋ ਚੰਦਰਮਾ ਨੂੰ ਫੜ ਕੇ ਲੈ ਕੇ ਜਾ ਰਹੇ ਆ। ਸੂਰ ਭੱਜੇ ਜਾ ਰਹੇ, ਦੌੜੇ ਜਾ ਰਹੇ ਹਨ। ਆਏ ਤਿਨ ਕੇ ਸਵਾਨ ਪਿਸ਼ਾਰੀ। ਉਹਨਾਂ ਦੇ ਪਿੱਛੇ ਪਿੱਛੇ ਜਿਹੜੇ ਸ਼ਿਕਾਰੀ ਕੁੱਤੇ ਆ ਉਹ ਆ ਰਹੇ ਹਨ। ਗਹਨ ਹੇਤ ਦੋਰੇ ਬਲਧਾਰੀ। ਦੌਰੇ ਬਲਧਾਰੀ ਬਹੁਤੇ ਬਲ ਜੇ ਨੂੰ ਧਾਰਨ ਕਰਕੇ ਉਹ ਸੂਰਾਂ ਨੂੰ ਫੜਨ ਵਾਸਤੇ ਸ਼ਿਕਾਰੀ ਕੁੱਤੇ ਦੌੜੇ ਐ। ਲਏ ਬਾਬਰਾ ਤੁਨ ਨਰ ਆਏ। ਫਿਰ ਜਿਹੜੇ ਉਹਨਾਂ ਦੇ ਪਿੱਛੇ ਮਨੁੱਖ ਹੈ ਸ਼ਿਕਾਰੀ ਲੋਕ ਹੈ ਉਹ ਜਾਲਾਂ ਦੀਆਂ ਫਾਹੀਆਂ ਜੇ ਲੈ ਲੈ ਕੇ ਆ ਰਹੇ ਹਨ। ਬਹਿਰੀ ਬਾਜ ਸਿਚਾਨ ਉਡਾਏ। ਬਹਿਰੀ ਬਾਜ ਸਿਚਾਨ ਇਹ ਬਾਜ ਦੀਆਂ ਕਿਸਮਾਂ ਹੈ ਪੰਛੀ, ਉਹ ਉਡਾਏ ਹੋਏ ਆ ਮਗਰ ਮਗਰ। ਜਿਨ ਤੇ ਬਹੁਤ ਬਿਹੰਗ ਗਹਾਏ। ਜਿਨ੍ਹਾਂ ਬਹਿਰੀ ਬਾਜ ਸਿਚਾਨਾਂ ਤੋਂ
ਪੰਛੀ ਜਿਹੜੇ ਹੈ ਬਹੁਤ ਪਕੜਵਾਏ ਹੈ, ਫੜਵਾਏ ਹੈ। ਬਹੁਰ ਸੌਰ ਦਰਾਵਤ ਆਏ। ਮੁੜ ਜਿਹੜੇ ਘੋੜ ਸਵਾਰ ਹੈ ਉਹ ਘੋੜਿਆਂ ਨੂੰ ਦੜਾਉਂਦੇ ਭਜਾਉਂਦੇ ਆ ਰਹੇ ਆ ਪਿੱਛੇ ਪਿੱਛੇ। ਤਿਨ ਕੇ ਪਾਛੇ ਹੁਤੋ ਪਵਾਲਾ। ਇਹਨਾਂ ਸਾਰਿਆਂ ਦੇ ਪਿੱਛੇ ਜਿਹੜਾ ਰਾਜਾ ਆ ਰਿਹਾ ਸੀ। ਜਾਂ ਕੀ ਸੋਭਾ ਦਿਪਤ ਵਿਸਾਲਾ। ਜਿਸ ਰਾਜੇ ਦੀ ਸੋਭਾ ਬਹੁਤ ਹੀ ਪ੍ਰਕਾਸ਼ ਰਹੀ ਸੀ। ਜਹ ਬੈਸੇ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਬੈਠੇ ਸਨ। ਸੋ ਚੱਲ ਆਵਾ ਤਬ ਹੈ ਸਮੀਪਾ। ਉਹ ਰਾਜਾ ਜਿਹੜਾ ਚੱਲ ਕਰਕੇ ਮਹਾਰਾਜ ਦੇ ਪਾਸ ਕੋਲ ਆ ਗਿਆ। ਮਰਦਾਨੇ ਸੋ ਬੋਲਿਓ ਐਸੇ। ਉਹ ਰਾਜਾ ਆਉਂਦਿਆਂ ਹੀ ਭਾਈ ਮਰਦਾਨੇ ਨੂੰ ਬੋਲਿਆ, ਉਹ ਕੌਣ ਤੁਮ ਕਾਨਨ ਬੈਸੇ। ਇਹ ਤੁਸੀਂ ਕੌਣ ਹੋ? ਆ ਕਿਸ ਤਰ੍ਹਾਂ ਜੰਗਲ ਵਿੱਚ ਇਕੱਲੇ ਬੈਠੇ ਹੋਏ ਹੋ? ਬੈਸਿਓ ਖਿਜਤ ਸ਼ੁਦਾ ਜਿਹ ਲਾਗੀ। ਇੱਧਰ ਜਿਸ ਭਾਈ ਮਰਦਾਨੇ ਨੂੰ ਭੁੱਖ ਬਹੁਤ ਲੱਗੀ ਸੀ, ਖਿਜਿਆ ਹੋਇਆ ਬੈਠਿਆ ਹੋਇਆ ਸੀ। ਨਿਰਪ ਬੂਝੇ ਤੇਰੇ ਸ ਕੌਣ ਜਾਗੀ। ਜਦੋਂ ਰਾਜ ਨੇ ਪੁੱਛਿਆ ਵੀ ਤੁਸੀਂ ਕੌਣ, ਇੱਥੇ ਕੋ ਬੈਠੇ, ਤੇ ਬੜਾ ਗੁੱਸਾ ਜਿਹਾ ਜਾਗਿਆ ਹੈ। ਕਹਿਣ ਲੱਗਿਓ ਲੋਚਨ ਤੁਝ ਸੰਗਾ। ਉਹ ਰਾਜਾ ਤੈਨੂੰ ਦਿਖਦਾ ਨਹੀਂ, ਤੇਰੀਆਂ ਅੱਖਾਂ ਨਹੀਂ ਨਾਲ ਹੈਗੀਆਂ। ਦੇਖੋ ਹਮ ਮਾਨਖ ਸਰਬੰਗਾ। ਆ ਧਿਆਨ ਨਾਲ ਵੇਖ, ਮਨੁੱਖਾਂ ਵਾਲੇ ਅੰਗ ਆ, ਤੈਨੂੰ ਦਿਖਦਾ ਨਹੀਂ ਵੀ ਅਸੀਂ ਮਨੁੱਖੀ ਆ। ਮਧੁਰ ਬੈਨ ਸੁਨ ਬੈਨ ਅਲਾਏ। ਜਿਹੜਾ ਇਹ ਰਾਜਾ, ਇਹਦਾ ਨਾਮ ਸੀ ਮਧੁਰ ਬੈਨ। ਸੁਣ ਕੇ ਨੇ ਬਚਨ ਕਹੇ, ਹੋ ਅਤੀਤ ਤਮ ਦੇਹ ਬਤਾਏ। ਇਹ ਤੁਸੀਂ ਕੀ ਅਤੀਤ ਆ ਬਰਕਤੀ ਸਾਧੂ? ਜੇ ਸਾਧੂ ਤੇ ਵੀ ਦੱਸ ਦਿਓ। ਖਿਜ ਕੇ ਬਹੁ ਬੋਲਿਓ ਮਰਦਾਨਾ। ਭਾਈ ਮਰਦਾਨੇ ਨੂੰ ਫੇਰ ਜ਼ਿਆਦਾ ਹੀ ਗੁੱਸਾ ਆ ਗਿਆ ਹੈ, ਭੁੱਖ ਬਹੁਤ ਲੱਗੀ ਤੇ ਖਿੱਚ ਕੇ ਬੋਲਿਆ ਹੈ, ਤੁਝ ਕਿਆ ਲੋਚਨ ਸੰਗ ਦਿਖਾਨਾ। ਉਹ ਤੈਨੂੰ ਅੱਖਾਂ ਨਾਲ ਕੀ ਦਿਖਦਾ? ਦਿਖਦਾ ਨਹੀਂ ਅਸੀਂ ਸਾਧੂ ਹੀ ਹਾਂ, ਹੋਰ ਕੌਣ ਹਾਂ? ਅਸ ਕਹਿ ਬੰਕ ਨਾਨ ਕਰ ਹੇਰਾ। ਇਸ ਤਰ੍ਹਾਂ ਕਹਿ ਕਰਕੇ ਆ ਟੇਢੇ ਜਿਹੇ ਨੇਤਰ ਕਰਕੇ ਦੇਖਿਆ ਹੈ ਭਾਈ ਮਰਦਾਨੇ ਨੇ। ਨਿਰਪ ਸੋ ਬੋਲਿਓ ਬਚਨ ਨਾ ਫੇਰਾ। ਫਿਰ ਰਾਜੇ ਨਾਲ ਕੋਈ ਬਚਨ ਨਹੀਂ ਮੋੜਵਾ ਬੋਲਿਆ ਤੇ ਗੁੱਸਾ ਉਂਝ ਬਹੁਤ ਹੈ। ਨੀਚ ਡੀਠ ਕਰ ਬੈਠ ਰਹਾਵਾ। ਜਿਹੜੀ ਆਪਣੀ ਗਰਦਨ ਹੈ ਉਹ ਨੀਵਾਂ ਜਿਹਾ ਦੇਖੀ ਜਾ ਰਹੇ ਤੇ ਬੈਠੇ ਹੋਏ ਐ। ਜਿਹ ਕਿਹ ਕੋ ਨਹ ਬੋਲ ਸੁਖਾਵਾ। ਜਿਸ ਭਾਈ ਮਰਦਾਨੇ ਨੂੰ ਕਿਸੇ ਦਾ ਬੋਲ ਸੁਖਾ ਹੀ ਨਹੀਂ ਰਿਹਾ, ਚੰਗਾ ਹੀ ਨਹੀਂ ਲੱਗ ਰਿਹਾ। ਸੁਨ ਸ੍ਰੀ ਅੰਗਦ ਮੈਂ ਤਬ ਜਾਨੀ। ਭਾਈ ਬਾਲਾ ਜੀ ਕਹਿ ਰਹੇ ਆ ਵੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤਦੋਂ ਮੈਂ ਜਾਣੀ ਆਪਣੇ ਮਨ ਵਿੱਚ। ਸ੍ਰੀ ਨਾਨਕ ਹੈ ਤੂਸ਼ਨ ਠਾਨੀ। ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੋਪੀ ਧਾਰਨ ਕੀਤੀ ਹੋਈ ਹੈ। ਜਿਉ ਸ਼ਦਾ ਸੋ ਬਹੁ ਮਰਦਾਨਾ। ਤੇ ਇੱਧਰ ਜੋ ਭਾਈ ਮਰਦਾਨਾ ਹੈ ਤੇ ਭੁੱਖ ਨਾਲ ਬਹੁਤ ਖਿਜਿਆ ਹੋਇਆ ਫਿਰ ਰਿਹਾ ਹੈ। ਜੋ ਵਿਚਾਰ ਮੈਂ ਬਚਨ ਬਖਾਨਾ। ਇਉਂ ਸੋਚ ਵਿਚਾਰ ਕੇ ਮੈਂ ਬਚਨ ਕਿਹਾ। ਦੋਹਰਾ ਹਮ ਆਏ ਪਰਦੇਸ਼ ਦੇ। ਫਿਰ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਮੈਂ ਬੋਲਿਆ ਵੀ ਹੇ ਰਾਜਾ ਅਸੀਂ ਪਰਦੇਸ ਤੋਂ ਆਏ ਹਾਂ। ਕਿਸ ਹੋ ਸੋ ਨਾ ਪਛਾਨਾ। ਇੱਥੇ ਇਲਾਕੇ ਵਿੱਚ ਕਿਸੇ ਨਾਲ ਵੀ ਸਾਡੀ ਕੋਈ ਜਾਣ ਪਛਾਣ ਨਹੀਂ ਹੈ। ਸੰਤ ਵੇਖ ਦੇਖਤ ਫਿਰੈ। ਆ ਸੰਤਾਂ ਵਾਲਾ ਸਾਡਾ ਲਿਬਾਸ ਭੇਖ ਹੈ ਤੇ ਦੇਖਦੇ ਫਿਰ ਰਹੇ ਹਾਂ। ਅਵਨੀ ਸ਼ੁਭ ਸਥਾਨ। ਧਰਤੀ ਉੱਪਰ ਚੰਗੇ ਮਾੜੇ ਥਾਂ ਦੇਖਦੇ ਫਿਰ ਰਹੇ ਹਾਂ। ਸੰਤਾਂ ਵਾਲਾ ਸਾਡਾ ਭੇਖ ਹੈ। ਚੌਪਈ ਅਗਰਜ ਤਹ ਟਾਪੂ ਸੁਧ ਹੋਈ। ਇੱਧਰ ਕਹਿੰਦੇ ਜਿਹੜਾ ਇਹ ਟਾਪੂ ਬ੍ਰਹਮਪੁਰਾ ਸੀ, ਇੱਥੇ ਤੇ ਪਹਿਲਾਂ ਹੀ ਖਬਰਸਾਰ ਹੋਈ ਸੀ। ਏਕ ਤਪਾ ਹੈ ਨਾਨਕ ਕੋਈ। ਇੱਕ ਸ੍ਰੀ ਗੁਰੂ ਨਾਨਕ ਤਪਾ ਕਰਕੇ ਬੜਾ ਤਪਸਵੀ ਭਾਰੀ। ਝੰਡੇ ਕੋ
ਸਤ ਗੁਰੂ ਬਨਾਇਆ। ਉਸ ਨਾਨਕ ਤਪਾ ਜੀ ਨੇ ਝੰਡੇ ਬਾਢੀ ਨੂੰ ਸਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਪੂਜਨੀਕ ਗੁਰੂ ਬਣਾਇਆ ਹੈ। ਸੁਦਰ ਸੈਨ ਬਹੁ ਭੂਪ ਵਧਾਇਆ। ਫਿਰ ਉਹ ਜੋ ਸੁਦਰਸੈਨ ਰਾਜਾ ਹੈ ਅਸੀਮ ਫਲ ਰਾਜਧਾਨੀ ਦਾ, ਤੇ ਉਹਨੂੰ ਵੀ ਉਹਦਾ ਵੀ ਬਹੁਤ ਰਾਜ ਭਾਗ ਵਧਾਇਆ ਹੈ। ਉਹਨੂੰ ਵੀ ਬਹੁਤ ਵਰ ਬਖਸ਼ਿਆ ਵੀ ਤੂੰ ਸਾਰਿਆਂ ਰਾਜਾਂ ਤੇ ਰਾਜ ਕਰੇਗਾ। ਮధుਰ ਬੈਨ ਸਮਝੀ ਮਨ ਮਾਹੀ। ਮਧੁਰ ਬੈਣ ਰਾਜੇ ਨੇ ਮਨ ਵਿੱਚ ਸਮਝੀ ਹੈ ਗੱਲ। ਸੋ ਤਪਾ ਸੁਨਿਓ ਜਸ ਜਾਹੀ। ਕਹਿੰਦਾ ਵੀ ਜਿਸ ਗੁਰੂ ਨਾਨਕ ਸਾਹਿਬ ਦਾ ਜਸ ਬੜਾ ਸੁਣਿਆ ਹੈ, ਕਿਤੇ ਉਹੀ ਤਪਸਵੀ ਤੋਂ ਤਪਾ ਤੇ ਨਹੀਂ ਹੈ। ਨਿਸ਼ਚੈ ਕਰ ਬੂਝਨ ਕੇ ਕਾਰਨ। ਪੁੱਛਣ ਦੇ ਵਾਸਤੇ ਤੇ ਯਕੀਨ ਜਾ ਕਰਨ ਵਾਸਤੇ ਵੀ ਭਰੋਸਾ ਕਰਨ ਵਾਸਤੇ। ਬਹੁਰ ਕੀਨੋ ਬਚਨ ਉਚਾਰਨਾ। ਮੁੜ ਜਿਹੜਾ ਬਚਨ ਉਚਾਰਣਾ ਕੀਤਾ। ਕੋ ਹੈ ਨਾਮ ਕੌਣ ਤੁਮ ਦੇਸ਼ਾ। ਭਾਈ ਬਾਲੇਵੰਦੀ ਦੇ ਕੇ ਕਿਹਾ ਵੀ ਤੁਸੀਂ ਕੌਣ ਹੋ ਤੇ ਤੁਹਾਡਾ ਨਾਮ ਕੀ ਹੈ, ਤੁਹਾਡਾ ਨਾਮ ਕੀ ਹੈ, ਤੁਹਾਡਾ ਦੇਸ਼ ਕਿਹੜਾ, ਇਲਾਕਾ ਕਿਹੜਾ ਹੈ। ਕਹਾ ਸਿਦਾਰ ਹੋ ਕਾਂ ਕੋ ਬੇਸਾ। ਹੁਣ ਤੁਸੀਂ ਕਿੱਥੇ ਜਾਓਗੇ ਤੇ ਜਿਹੜਾ ਸਰੀਰ ਉੱਪਰ ਭੇਸ ਲਿਬਾਸ ਧਾਰਿਆ ਉਹ ਕਿਸ ਦਾ ਹੈ, ਕਿਸ ਦਾ ਤੁਸਾਂ ਨੇ ਭੇਖ ਧਾਰਨ ਕੀਤਾ ਹੈ। ਸੁਨ ਮੈਂ ਕਹਿਓ ਨਾਮ ਮਮ ਬਾਲਾ। ਕਹਿੰਦੇ ਭਾਈ ਬਾਲਾ ਸੁਣ ਕੇ ਮੈਂ ਗਿਆ ਵੀ ਹੇ ਰਾਜਾ ਮੇਰਾ ਨਾਮ ਭਾਈ ਬਾਲਾ ਹੈ। ਇਹ ਸਰੂਪ ਸ੍ਰੀ ਨਾਨਕ ਦਿਆਲਾ। ਤੇ ਇਹ ਜੋ ਤੂੰ ਸਾਹਮਣੇ ਦੇਖ ਰਿਹਾ ਇਹਦੇ ਦਿਆਲੂ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਦੋਹਰਾ ਯਾ ਕੋ ਮਰਦਾਨਾ ਹੈ। ਤੇ ਆ ਜਿਹੜਾ ਤੇਰੇ ਨਾਲ ਖਿਜਿਆ ਹੋਇਆ ਬੋਲਦਾ ਇਹਦਾ ਨਾਮ ਮਰਦਾਨਾ ਹੈ। ਮਦਰ ਦੇਸ਼ ਹਮ ਤਾਮ। ਜਿਹੜਾ ਪੰਜਾਬ ਦਾ ਇਲਾਕਾ ਪੰਜਾਬ ਦੇਸ਼ ਉੱਥੇ ਸਾਡਾ ਘਰ ਘਾਟ ਹੈ। ਸੇਵਤ ਸ੍ਰੀ ਗੁਰੂ ਪਦ ਪਦਮ। ਅਸੀਂ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਕਮਲਾਂ ਦੀ ਸੇਵਾ ਕਰਦੇ ਹਾਂ। ਮੁਕਤ ਹੋਣ ਕੇ ਕਾਮ। ਮੁਕਤੀ ਹੋਣਾ ਹੀ, ਮੁਕਤੀ ਸਾਡੀ ਹੋ ਜਾਵੇ ਹੀ ਸਾਡਾ ਕੰਮ ਹੈ। ਮੁਕਤੀ ਹੋ ਵੀ ਮੁਕਤੀ ਦੀ ਕਾਮਨਾ ਹੈ ਸਾਨੂੰ, ਸਾਡੀ ਮੁਕਤੀ ਹੋ ਜਾਵੇ। ਇਸ ਕਰਕੇ ਇਹਨਾਂ ਦੇ ਚਰਨ ਕਮਲ ਅਸੀਂ ਸੇਵਾ ਕਰਦੇ ਹਾਂ, ਸਦਾ ਹੀ ਰਹਿੰਦੇ ਹਾਂ ਵੀ ਸਾਡੀ ਮੁਕਤੀ ਹੋ ਜਾਵੇ। ਜੋ ਪਈ ਹਰਖਿਓ ਮਦਰ ਬੈਨ ਸੁਨ ਬੈਨਾ। ਮਦਰ ਬੈਣ ਨੇ ਸਤਿਗੁਰ ਜੀ ਦਾ ਨਾਮ ਸੁਣ ਕੇ ਵੀ ਇਹਦੇ ਗੁਰੂ ਨਾਨਕ ਸਾਹਿਬ ਤਪਾ ਜੀ ਹਨ, ਸੁਣ ਕੇ ਬਚਨ ਬੜਾ ਖੁਸ਼ ਹੋਇਆ। ਨਿਸ਼ਚੈ ਲਖਿਓ ਹਿਰਦੇ ਗਦ ਦੇਨਾ। ਹਿਰਦੇ ਵਿੱਚ ਯਕੀਨ ਕਰ ਲਿਆ, ਜਾਣ ਲਿਆ ਵੀ ਇਹਦੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਹੀ ਹਨ। ਉਤਰ ਤਰਾਰ ਉਤਰ ਤਰਾਰ ਤੋ ਜੋਰ ਜੁਗ ਹਾਥਾ। ਉੱਤਰ ਤਰੰਗ ਪਾਠ ਇਥੇ ਉੱਤਰ ਕੇ ਘੋੜੇ ਤੋਂ ਦੋਵੇਂ ਹੱਥ ਜੋੜ ਕੇ। ਭਇਓ ਦੀਨ ਬੰਦੇ ਜਗਨਾਥਾ। ਬੜਾ ਆਈ ਨਿਮਾਣਾ ਦੀਨ ਗਰੀਬ ਬੜਾ ਹੋ ਗਿਆ ਤੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਉੱਪਰ ਮੱਥਾ ਟੇਕਿਆ ਇਸਨੇ। ਇਹ ਪ੍ਰੇਮ ਪਨ ਬਿਨਾ ਬਖਾਨੀ। ਬਹੁਤ ਪ੍ਰੇਮ ਜਾ ਕਰਕੇ ਬੇਨਤੀ ਦੇ ਬਚਨ ਕਹੇ ਐ। ਗਮਨ ਹਾ ਨਗਰ ਬਿਖੈ ਗੁਣ ਖਾਨੀ। ਇਹ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ ਮੇਰੇ ਸ਼ਹਿਰ ਨਗਰ ਵਿੱਚ ਚੱਲੀਏ ਜੀ। ਜਹ ਮੰਦਰ ਬਹੁ ਬਨੇ ਵਿਚਿਤਰਾ। ਜਿਸ ਮੇਰੇ ਸ਼ਹਿਰ ਦੇ ਵਿੱਚ ਜਿਹੜੇ ਮੰਦਰ ਹੈ ਮਹਿਲ ਮਕਾਨ ਬੜੇ ਸੋਹਣੇ ਬਣੇ ਹੋਏ ਐ। ਪਾਏ ਪਾਉ ਨਿਜ ਕਰਹ ਪਵਿੱਤਰਾ। ਆਪਣੇ ਪਵਿੱਤਰ ਚਰਨ ਪਾ ਕੇ ਉਸ ਮੇਰੇ ਸ਼ਹਿਰ ਨੂੰ ਮੰਦਰਾਂ ਮਕਾਨਾਂ ਨੂੰ ਪਵਿੱਤਰ ਕਰੋ ਜੀ। ਇਹ ਕਰ ਅੰਨ ਬਣਾਏ ਭੰਡਾਰਾ। ਤੇ ਫਿਰ ਮੇਰੇ ਪਾਸੋਂ ਅੰਨ ਦੀਆਂ ਰਸਤਾਂ ਬਸਤਾਂ ਲੈ ਕਰਕੇ ਤੇ ਲੰਗਰ ਵੀ ਬਣਾ ਲਓ, ਭੰਡਾਰਾ ਬਣਾ ਲਓ। ਅਚਹ ਆਪ ਕਰ ਮਦਰ ਆਹਾਰਾ। ਮਿੱਠੇ ਮਿੱਠੇ ਭੋਜਨ ਤਿਆਰ ਕਰਕੇ ਸੰਤ ਜੀ ਨਾਨਕ ਜੀ
ਛਕਣਾ ਕਰੋ। ਰੰਗ ਅਨੇਕ ਲਿਹੋ ਸੁਠ ਚੀਰੰ। ਸਤਿਗੁਰੂ ਜੀ ਜਿਹੜੇ ਅਨੇਕਾਂ ਰੰਗਾਂ ਦੇ ਕੱਪੜੇ ਆ ਸੋਹਣੇ ਉਹ ਵੀ ਲੈ ਲਓ। ਪਹਿਰੋ ਗੁਣੀ ਗਹੀਰ ਸਰੀਰੰ। ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਇਸ ਸਰੀਰ ਦੇ ਉੱਪਰ ਉਹ ਕੱਪੜੇ ਸੋਹਣੇ ਪਹਿਨ ਲਓ। ਹੋਰ ਨਾ ਚਲਹੁ ਤੋ ਇਹਾਂ ਪੁਚਾਵੋ। ਬਾਕੀ ਤੁਹਾਡੀ ਮੌਜ ਹੈ, ਜੇ ਤੁਸਾਂ ਨੇ ਉਹ ਸ਼ਹਿਰ ਵਿੱਚ ਨਹੀਂ ਚੱਲਣਾ ਜਾਣਾ ਹੈ ਤੇ ਇੱਥੇ ਮੈਂ ਤੁਹਾਨੂੰ ਕੱਪੜੇ ਤੇ ਭੋਜਨ ਪਹੁੰਚਾ ਦਿੰਦਾ ਹਾਂ। ਕਰੋ ਸੋ ਬਿਦ ਜਸ ਆਇ ਸਭਾਵੋ। ਜਿਸ ਤਰ੍ਹਾਂ ਹੀ ਤੁਹਾਡੀ ਆਗਿਆ ਪਾਵਾਂਗਾ ਉਹੋ ਜਿਹਾ ਢੰਗ ਤਰੀਕਾ ਮੈਂ ਕਰ ਕਰਾ ਲਵਾਂਗਾ। ਸੁਨ ਪਵਾਲ ਕੀਆ ਸੀ ਬਾਣੀ। ਸੁਣ ਭੁਆਲ ਇਹ ਰਾਜੇ ਦੀ ਸੁਣ ਕੇ ਐਸੀ ਬਾਣੀ ਬਚਨ। ਬੋਲੇ ਬਚਨ ਗੁਰੂ ਗੁਣ ਖਾਨੀ। ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਖਿਆ ਦੇਣ ਵਾਸਤੇ ਬਚਨ ਬੋਲੇ ਐ। ਬਿਲਾਵਲ ਮਹੱਲਾ ਪਹਿਲਾ। ਏਕ ਭੰਡਾਰਾ ਨਾਮ ਕਾ। ਮਹਾਰਾਜ ਕਹਿੰਦੇ ਰਾਜਾ ਜੋ ਇੱਕ ਪਰਮੇਸ਼ਰ ਦਾ ਨਾਮ ਹੈ ਉਹੀ ਇਹ ਬੜਾ ਤਕੜਾ ਵੱਡਾ ਭੰਡਾਰਾ ਹੈ। ਇਹਨਾਂ ਸਭ ਕਿਛ ਦੀਆ। ਜਿਸ ਨਾਮ ਰੂਪੀ ਭੰਡਾਰੇ ਨੇ ਸਾਨੂੰ ਸਭ ਕੁਝ ਹੀ ਦੇ ਦਿੱਤਾ ਹੈ। ਭੂਖ ਨੰਗ ਸਭ ਛੀਨ ਕਾ। ਆਸਾਨ ਹੈ ਇਤਿਹਾਸ ਮੁੱਖ ਸਰੀਰ ਦੀ ਭੁੱਖ ਕਿਸੇ ਕੱਪੜਿਆਂ ਦੀ ਜਿਹੜੀ ਨੰਗਤਾਈ ਹੈ ਭੁੱਖ ਨੰਗ ਸਭ ਨਾਸ ਕਰਕੇ ਛੱਡ ਕਰਕੇ ਆਪਣਾ ਕਰ ਲਿਆ। ਉਸ ਨਾਮ ਨੂੰ ਹੀ ਆਪਣਾ ਕਰ ਲਿਆ। ਉਸ ਨਾਮ ਨੇ ਸਾਨੂੰ ਹੀ ਆਪਣਾ ਕਰ ਲਿਆ ਹੈ। ਐਸਾ ਨਾਮ ਨਾ ਛੋੜਿਆ। ਇਹ ਰਾਜਾ ਐਸਾ ਜਿਹੜਾ ਮਹਾਨ ਨਾਮ ਹੈ ਐਸਾ ਨਾਮ ਦਾ ਭੰਡਾਰਾ ਕਦੀ ਨਹੀਂ ਛੱਡੀਏ। ਸਾਧ ਸੰਗ ਹਮਾਰੇ। ਸਦਾ ਹੀ ਉਹ ਨਾਮ ਜੋ ਹੈ ਸਾਡੇ ਨਾਲ ਹੈ ਇੱਥੇ ਲੋਕ ਵਿੱਚ ਤੇ ਉੱਥੇ ਪਰਲੋਕ ਵਿੱਚ ਵੀ। ਲੇਖਾ ਕੋਈ ਨਾ ਪੁੱਛਈ। ਜਿਨ੍ਹਾਂ ਕੋ ਐਸਾ ਨਾਮ ਹੈ ਉਹਨਾਂ ਨੂੰ ਕੋਈ ਹਿਸਾਬ ਕਿਤਾਬ ਨਹੀਂ ਪੁੱਛਦਾ ਦਰਗਾਹ ਵਿੱਚ। ਮਨ ਮੀਤ ਪਿਆਰੇ। ਹੇ ਮੇਰੇ ਮਨ ਦੇ ਮਿੱਤਰ ਪਿਆਰੇ ਰਾਜਾ। ਰਹਾਉ ਭੋਜਨ ਉੱਤਮ ਹਮ ਕੀਆ। ਜਿਹੜਾ ਭੋਜਨ ਹੈ ਨਾ ਉੱਤਮ ਉਹ ਕਿਹੜਾ ਭੋਜਨ ਉੱਤਮ ਨਾਮ ਹੈ ਉਹ ਅਸਾਂ ਨੇ ਛਕਣਾ ਕੀਤਾ ਹੈ। ਸੰਤਨ ਪ੍ਰਸਾਦ। ਸਵਾਸ ਜਿਹੜੇ ਸਿਮਰਨ ਕਰਨ ਵਾਲੇ ਸੰਤ ਉਹਨਾਂ ਦੀ ਕਿਰਪਾ ਨਾਲ। ਜਲ ਸੀਤਲ ਸਤ ਕਾ ਪੀਆ। ਜਿਹੜਾ ਸਤ ਸਰੂਪ ਦੀ ਪ੍ਰਾਪਤੀ ਕਰ ਲੈਣੀ ਹੈ ਸਤ ਪ੍ਰਤੱਗੀ ਰਹਿਣਾ ਹੈ ਉਹ ਠੰਡਾ ਜਲ ਅਸਾਂ ਨੇ ਛਕਣਾ ਕੀਤਾ ਹੈ। ਹਿਰਦੇ ਮਹਿ ਸ਼ਾਂਤ। ਜਿਸ ਕਰਕੇ ਸਾਡੇ ਹਿਰਦੇ ਵਿੱਚ ਵਿਸ਼ਿਆਂ ਵਿਕਾਰਾਂ ਵੱਲੋਂ ਸ਼ਾਂਤੀ ਆ ਗਈ ਹੈ। ਬਸਤਰ ਬ੍ਰਹਮ ਪਛਾਣਿਆ। ਜਿਹੜਾ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਜਾਣਿਆ ਪਛਾਣਿਆ ਹੀ ਉਹ ਵਸਤਰ ਪਹਿਨੇ ਹੋਏ ਹੈ। ਕਾਇਆ ਕੇ ਸੰਗ। ਕਾਇਆ ਜਿਹੜੀ ਬੁੱਧੀ ਹੈ ਆਤਮ ਵਿਸ਼ੈਣੀ ਬੁੱਧੀ ਉਹਦੇ ਨਾਲ ਜਿਹੜਾ ਬ੍ਰਹਮ ਪਰਮੇਸ਼ਰ ਨੂੰ ਪਛਾਣਿਆ ਇਹੋ ਅਸਾਂ ਨੇ ਵਸਤਰ ਪਹਿਨੇ ਹੋਏ ਹੈ। ਲੱਖ 84 ਏਕ ਹੈ। ਜਿਹੜੀ 84 ਲੱਖ ਜੂਨ ਹੈ ਉਹਦੇ ਵਿੱਚ ਇੱਕੋ ਹੀ ਇੱਕ ਪਰਮੇਸ਼ਰ ਵਿਆਪਕ ਹੈ। ਹੋਏ ਨਿਰਪੰਗ। ਇੱਕ ਰਸ ਹੋਈਓ ਸਮਾਰਿਆ ਜਿਸ ਕਰਕੇ ਸਾਡੇ ਵਿਘਨ ਕਲੇਸ਼ ਸਾਰੇ ਨਾਸ ਹੀ ਖਤਮ ਹੀ ਹੋ ਗਏ ਹੈ। ਨਾਨਕ ਕਹੇ ਰਾਜਿੰਦਰ ਸੋਨਾ। ਗੁਰੂ ਨਾਨਕ ਸਾਹਿਬ ਬਚਨ ਕਰਦੇ ਕਹਿੰਦੇ ਹੇ ਰਜਿੰਦਰ ਰਾਜਾ ਮਧੁਰ ਬੈਣ ਸਾਡਾ ਬਚਨ ਸੁਣ। ਸਭ ਝੂਠ ਪਸਾਰਾ। ਇਹ ਜੋ ਤੂੰ ਸੰਸਾਰ ਦੇਖ ਰਿਹਾ ਹੈ ਤੇ ਝੂਠ ਦਾ ਹੀ ਪਸਾਰਾ ਖਿਲਾਰਾ ਫੈਲਾ ਹੈ। ਦ੍ਰਿਸ਼ਟਮਾਨ ਸਭ ਬਿਨ ਸਜਾਏ। ਇਹ ਸਾਰਾ ਦੇਖਣ ਵਾਲਾ ਜੋ ਸੰਸਾਰ ਦਿਖ ਰਿਹਾ ਨਾ ਦ੍ਰਿਸ਼ਟੀਮਾਨ ਇਹ ਸਾਰਾ ਨਾਸ ਹੋ ਜਾਏਗਾ ਖਤਮ ਹੋ ਜਾਏਗਾ। ਰਹਿ ਏਕੰਕਾਰ। ਬਸ ਇੱਕ ਓੰਕਾਰ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਅਦੁੱਤੀ ਬ੍ਰਹਮ ਹੀ ਰਹਿ ਜਾਏਗਾ ਇਕੱਲਾ। ਦੋਹਰਾ
ਸੁਨੇ ਬੈਨ ਮਨ ਦੀਨ ਹੋਵੇ। ਰਾਜੇ ਨੇ ਮਨ ਵਿੱਚ ਬਹੁਤ ਦੀਨ ਗਰੀਬੜਾ ਹੋ ਕੇ ਸਤਿਗੁਰ ਜੀ ਦੇ ਬਚਨ ਸੁਣੇ ਐ। ਬੰਦੇ ਦੋਨੋਂ ਪਾਨਾ ਦੋਵੇਂ ਹੱਥ ਜਿਹੜੇ ਜੋੜ ਲਏ ਐ। ਕਹਿ ਕਰਹੁ ਉਪਦੇਸ਼ ਮੁਝਾ। ਕਹਿਣ ਲੱਗਾ ਮਹਾਰਾਜ ਮੈਨੂੰ ਉਪਦੇਸ਼ ਕਰੋ ਜੀ। ਅਧਿਕਾਰੀ ਸ਼ਬ ਜਾਨਾ ਮੈਨੂੰ ਚੰਗਾ ਅਧਿਕਾਰੀ ਜਾਣ ਕੇ ਮੁਕਤੀ ਦੀ ਇੱਛਾ ਵਾਲਾ ਜਗਿਆਸੂ ਜਾਣ ਕੇ। ਚੌਪਈ ਬਾਰ ਬਾਰ ਬੰਦਤ ਪਦ ਗੁਰੂ ਕੋ। ਰਾਜਾ ਤੇ ਇੰਨਾ ਨਿਮਾਣਾ ਹੋ ਗਿਆ, ਬਾਰ-ਬਾਰ ਗੁਰੂ ਜੀ ਦੇ ਚਰਨ ਕਮਲਾਂ ਉੱਪਰ ਮੱਥੇ ਟੇਕੀ ਜਾ ਰਿਹਾ ਹੈ। ਬਿਨਾ ਪਨਤ ਬਹੁ ਹਿਤ ਕਰ ਔਰ ਕੋ। ਬਹੁਤ ਬੇਨਤੀਆਂ ਕਰਦਾ ਹਿਰਦੇ ਵਿੱਚ ਹਿਤ ਪ੍ਰੇਮ ਪਿਆਰ ਕਰਕੇ। ਕਮਲ ਬਦਨ ਲੱਖ ਕਰ ਜਗਿਆਸੀ। ਕਮਲ ਵਰਗੇ ਮੁਖ ਵਾਲੇ ਗੁਰੂ ਨਾਨਕ ਸਾਹਿਬ ਜੀ ਇਹਨੂੰ ਜਿਹੜਾ ਜਗਿਆਸੀ ਕਹੀਏ ਮੁਕਤੀ ਦੀ ਇੱਛਾ ਵਾਲਾ ਅਧਿਕਾਰੀ ਜਾਣ ਕੇ। ਉਪਦੇਸ਼ਨ ਹਿਤ ਗਿਰਾ ਪ੍ਰਕਾਸ਼ੀ। ਇਹਨੂੰ ਉਪਦੇਸ਼ ਦੇ ਦਈਏ, ਉਪਦੇਸ਼ ਦੇਣ ਵਾਸਤੇ ਜਿਹੜੀ ਬਾਣੀ ਪ੍ਰਗਟ ਕੀਤੀ ਹੈ। ਜਗਤ ਲਖੋ ਮਿਥਿਆ ਅਹਦਮ। ਐ ਰਾਜਾ ਇਹ ਜਿਹੜਾ ਸੰਸਾਰ ਹੈ ਇਹਦੇ ਤੂੰ ਐਵੇਂ ਹੀ ਜਾਣ ਲਾ ਵੀ ਜਿਵੇਂ ਰੱਸੀ ਹੁੰਦੀ ਹੈ ਹਨੇਰੇ ਵਿੱਚ ਪਈ ਤੇ ਉਹ ਹਨੇਰੇ ਵਿੱਚ ਪਈ ਹੋਈ ਰੱਸੀ ਵੀ ਸੱਪ ਲੱਗਦੀ ਹੈ। ਤੇ ਉਹ ਮਿੱਥਿਆ ਹੁੰਦਾ, ਸੱਪ ਤੇ ਹੁੰਦਾ ਹੀ ਨਹੀਂ ਹੈ। ਰੱਸੀ ਨੇ ਰੱਸੀ ਰਹਿਣਾ ਹੈ, ਸੱਪ ਨੇ ਸੱਪ ਰਹਿਣਾ ਹੈ। ਪਰ ਉਹ ਭੁਲੇਖੇ ਕਰਕੇ ਰਾਤ ਕਰਕੇ ਉਹ ਰੱਸੀ ਵਿੱਚ ਸੱਪ ਦਿਖੀ ਜਾਂਦਾ ਹੈ ਤੇ ਉਹ ਭੁਲੇਖੇ ਦਾ ਸੱਪ ਵੀ ਦੁਖਦਾਈ ਹੋ ਜਾਂਦਾ ਹੈ। ਮਨੁੱਖ ਡਰਨ ਲੱਗ ਪੈਂਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਇਹ ਉਹ ਰੱਸੀ ਵਿੱਚ ਸੱਪ ਦਿਖਣ ਵਾਂਗ ਨਿਆਈ ਹੈ, ਉਹਦੀ ਨਿਆਈ ਹੈ। ਸੰਸਾਰ ਨੂੰ ਜਿਹੜਾ ਮਿੱਥਿਆ ਸੰਸਾਰ ਹੈ ਇਹਨੂੰ ਤੂੰ ਦੁਖਦਾਈ ਜਾਣ ਲਾ। ਜਿਵੇਂ ਰੱਸੀ ਵਿੱਚ ਸੱਪ ਦਿਖਦਾ ਬੜਾ ਦੁੱਖ ਦਿੰਦਾ ਵੀ ਸੱਪ ਆ ਗਿਆ ਹੈ ਤੇ ਉਹ ਅਗਿਆਨ ਕਰਕੇ ਹੈ। ਇਸੇ ਤਰ੍ਹਾਂ ਉੱਧਰ ਤੇ ਹਨੇਰਾ ਹੈ, ਇੱਧਰ ਅਗਿਆਨ ਕਰਕੇ ਜਿਹੜਾ ਸੰਸਾਰ ਸੱਚ ਦਿਖ ਰਿਹਾ ਇਹਨੂੰ ਝੂਠਾ ਹੀ ਜਾਣ ਲੈ। ਸਿਮਰਨ ਕਰਹੁ ਸਦਾ ਸਤਨਾਮ। ਜੋ ਸਿਰਫ ਹਮੇਸ਼ਾ ਹੀ ਸਦਾ ਹੀ ਸੱਚ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਵਾਹਿਗੁਰੂ ਹੈ ਉਸ ਦਾ ਸਿਮਰਨ ਕਰਿਆ ਕਰ। ਕਰਮ ਧਰਮ ਤਪ ਨੇਮ ਅਨੇਕਾ। ਜਿਹੜੇ ਕਰਮ ਹੈ ਧਰਮ ਹੈ ਤਪ ਹੈ ਨੇਮ ਹੈ ਅਨੇਕਾਂ ਤਰ੍ਹਾਂ ਦੇ। ਸਰਬ ਅਫਲ ਜੇ ਨਾਮ ਨਾ ਏਕਾ। ਜੇ ਇੱਕ ਨਾਮ ਨਹੀਂ ਨਾ ਜਪਿਆ ਇਹ ਸਾਰੇ ਫਲ ਤੋਂ ਰਹਿਤ ਹੋ ਜਾਂਦੇ। ਨਿਸਫਲ ਹੀ ਹਨ ਕਰਮ ਧਰਮ ਜਪ ਤਪ। ਜਾਂ ਪਰ ਸੋਨ ਦ੍ਰਿਸ਼ਟਾਂਤ ਮਹਾਨਾ। ਇਸ ਉੱਪਰ ਹੈ ਰਾਜਾ ਤੂੰ ਮਹਾਨ ਦ੍ਰਿਸ਼ਟਾਂਤ ਵੀ ਸੁਣ ਲਾ। ਅਫਲ ਨਾਮ ਬਿਨ ਜੋ ਸਭ ਜਾਨਾ। ਜਿਵੇਂ ਨਾਮ ਤੋਂ ਬਿਨਾਂ ਸਾਰੇ ਕਰਮ ਧਰਮ ਜਪ ਤਪ ਨਿਸਫਲ ਹੀ ਜਾਣੇ ਜਾਂਦੇ ਆ, ਵਿਅਰਥ ਹੀ ਜਾਣੇ ਜਾਂਦੇ ਹਨ। ਕਾਗਦ ਪਰ ਨਾ ਲਿਖਿਓ ਇਕਾਂਗਾ। ਜਿਸ ਤਰ੍ਹਾਂ ਵੀ ਕਿਸੇ ਨੇ ਕਲਮ ਲੈ ਲਈ, ਕਾਗਜ਼ ਲੈ ਲਿਆ, ਸ਼ਾਹੀ ਲੈ ਲਈ ਤੇ ਕਾਗਜ਼ ਉੱਪਰ ਉਹਨੇ ਇੱਕ ਤੇ ਲਿਖਿਆ ਹੀ ਨਹੀਂ ਹੈ। ਸੋਨਾ ਲਿਖਨ ਪਰ ਮਨ ਅਨਰਾਗਾ। ਪਰ ਉਹਦਾ ਜੀਰੋਆਂ ਬਿੰਦੀਆਂ ਲਿਖਣ ਵਿੱਚ ਬੜਾ ਮਨ ਪ੍ਰੇਮੀ ਪਿਆਰਾ ਹੋ ਰਿਹਾ ਵੀ ਕਾਗਜ਼ ਲੈ ਕੇ ਕਲਮ ਨਾਲ ਸ਼ਾਹੀ ਭਰ ਭਰ ਕੇ ਬਿੰਦੀਆਂ ਹੀ ਲਾਈ ਜਾਂਦਾ ਨਿਰੀਆਂ। ਤਿਨ ਤੇ ਸਰਿਓ ਨਾ ਏਕੋ ਕਾਜਾ। ਉਹ ਬਿੰਦੀਆਂ ਦੇ ਨਾਲ ਲੱਗਣ ਦੇ ਤੇ ਕੋਈ ਕੰਮ ਨਹੀਂ ਸਰਦਾ, ਕੋਈ ਰਕਮ ਨਹੀਂ ਬਣਦੀ, ਭਾਵੇਂ ਲੱਖਾਂ ਹੀ ਬਿੰਦੀਆਂ ਲਾ ਦਿਓ। ਆਦਰਥਾ ਸਭ ਲਿਖਣ ਸਮਾਜਾ। ਜਿਸ ਕਰਕੇ ਸਾਰਾ ਲਿਖਣ ਦਾ ਸਾਜੋ ਸਮਾਨ ਹੈ ਵੀ ਕਾਗਜ਼ ਇਕੱਠੇ ਕੀਤੇ, ਸਿਆਹੀ ਬਣਾਈ, ਕਲਮ ਲਿਆਂਦੀ, ਫਿਰ ਲਿਖਣਾ ਕੀਤਾ, ਉਹ ਸਾਰਾ ਹੀ ਵਿਅਰਥ ਹੋ ਗਿਆ ਬਿੰਦੀਆਂ ਲਿਖਣੇ ਕਰਕੇ ਹੀ। ਪੂਰਬ ਲਿਖਿਓ ਇਕਾਂਗ ਬਣਾਈ। ਫਿਰ ਕੋਈ ਸਿਆਣਾ ਪੁਰਸ਼ ਆ ਗਿਆ, ਉਹਨੇ ਕੀ ਕੀਤਾ ਵੀ ਆਉਂਦਿਆਂ ਹੀ ਪਹਿਲਾਂ ਜਿਹੜੀ ਬਣਾ ਸਵਾਰ ਕੇ ਇੱਕ ਲਿਖ ਦਿੱਤਾ। ਲਿਖੀ ਸੋਨਾ ਤਬ ਅਫਲ ਨਾ ਜਾਈ। ਜਦੋਂ ਇੱਕ ਹੀ ਲਿਖਿਆ ਗਿਆ ਫਿਰ ਬਿੰਦੀ ਲਿਖੀ ਜਿਹੜੀ ਹੈ ਨਿਸਫਲ ਲਈ ਜਾਂਦੀ, ਸਫਲ ਉਹ ਫਲ ਤੋਂ ਰਹਿਤ ਨਹੀਂ ਜਾਂਦੀ, ਉਹ ਤੇ ਰਕਮ ਬਣ ਜਾਂਦੀ ਹੈ। ਜੋ ਇਕਾਂਗ ਪਰ ਲਿਖ ਹੈ ਸੋਨਾ। ਜਦੋਂ ਇੱਕ ਉੱਪਰ ਉਹ ਲਿਖ ਦਿੱਤੀ ਸਿਫਰ ਬਿੰਦੀ। ਸੋਨ
ਸੋਨ ਤੇ ਹੈ 10 ਗੁਣਾ। ਉਹ ਫਿਰ ਬਿੰਦੀ ਸਿਫਰ ਦੇ ਨਾਲ 10 ਗੁਣਾ ਰਕਮ ਹੋ ਜਾਂਦੀ ਹੈ। ਜਦੋਂ ਇੱਕ ਲਾ ਦਿੱਤਾ, ਇੱਕ ਨਾਲ ਸਿਫਰ ਲਾ ਦਿੱਤੀ ਅੱਗੇ, ਤੇ ਉਹ ਕੀ ਬਣ ਜਾਣਾ 10। ਇੱਕ ਦੇ ਨਾਲ ਜਿੰਨੀਆਂ ਸਿਫਰਾਂ ਲਾਵਾਂਗੇ ਉਨੇ 10 ਗੁਣਾ ਦਾ ਫਲ ਹੋ ਜਾਂਦਾ ਹੈ। ਇੱਕ ਨਾਲ ਸਿਫਰ ਲਾ ਦਿੱਤੀ 10, ਦੂਸਰੀ ਲਾ ਦਿੱਤੀ 100, ਤੀਸਰੀ ਲਾ ਦਿੱਤੀ 1000, ਚੌਥੀ 10,000, ਪੰਜਵੀਂ ਜਿਹੜਾ ਲੱਖ, ਛੇਵੀਂ ਫਿਰ 10 ਲੱਖ। ਐਵੇਂ ਉਹ ਜਦੋਂ ਸਿਫਰ ਲੱਗੀ ਜਾਵੇਗੀ 10 ਗੁਣਾ ਦਾ ਫਲ ਵੱਧ ਜਾਂਦਾ ਹੈ। ਜੇ ਨਾਮ ਸੰਗ ਤਪ ਤਾਪ ਹੈ। ਠੀਕ, ਹਾਂ, ਇਸੇ ਤਰ੍ਹਾਂ ਜਿਹੜਾ ਨਾਮ ਹੈ ਉਹ ਇੱਕ ਵਾਂਗ ਹੈ। ਉਹਦੇ ਨਾਲ ਜਿਹੜਾ ਕੋਈ ਤਪ ਤਾਪਣਾ ਹੈ, ਤਪ ਕਰਨੇ ਹੈ। ਪੂਜਾ ਬ੍ਰਤ ਨੇਮ ਜਪ ਹੈ। ਪੂਜਾ ਕਰਨੀ, ਜਪ ਕਰਨਾ, ਆ ਨੇਮ ਕਰਨਾ, ਕੋਈ ਜਪ ਦਾ ਜਾਪ ਕਰਨਾ, ਬ੍ਰਤ ਰੱਖਣੇ, ਇਹ ਸਿਫਰ ਵਾਂਗ ਹੈ। ਜਿੰਨੇ ਵੀ ਜਪ ਤਪ ਪੂਜਾ ਬ੍ਰਤ ਹੈ ਤੇ ਇਹ ਸਿਫਰਾਂ ਹੈ। ਪਰਮੇਸ਼ਰ ਦਾ ਨਾਮ ਕੀ ਇੱਕ ਹੈ। ਜਦੋਂ ਉਹ ਇੱਕ ਪਰਮੇਸ਼ਰ ਦਾ ਨਾਮ ਲਵਾਂਗੇ, ਨਾਲ ਜਪ ਤਪ ਪੂਜਾ ਬ੍ਰਤ ਕਰਾਂਗੇ, ਤੇ ਉਹ ਫਿਰ 10 ਗੁਣਾ ਦਾ ਫਲ ਵੱਧ ਜਾਏਗਾ। ਇਹ 10 ਗੁਣਾ ਅਧਿਕ ਫਲ ਪਾਵਹਿ। ਉਹ ਫਿਰ ਪੁਰਸ਼ ਇਹਦਾ 10 ਗੁਣਾ ਵੱਧ ਫਲ ਪਾਵੇਗਾ ਕੀਤੇ ਹੋਏ ਕਰਮਾਂ ਧਰਮਾਂ ਦਾ। ਜੇ ਇਕੱਲੇ ਕਰਮ ਧਰਮ ਹੀ ਕਰੀ ਗਿਆ ਤੇ ਉਹਦਾ ਫਲ ਕੋਈ ਨਹੀਂ, ਉਹ ਤੇ ਸਿਫਰਾਂ ਹੀ ਹੈ। ਜਿਵੇਂ ਕੋਈ ਕਾਗਜ਼ ਲੈ ਕੇ ਬਿੰਦੀਆਂ ਹੀ ਲਾਈ ਜਾਵੇ ਤੇ ਕਿਸੇ ਨੂੰ ਕਹੇ ਵੀ ਇੰਨੇ ਪੈਸੇ ਦੇ ਦਿਓ, ਦੱਸੋ ਉਹਦਾ ਕੀ ਮਿਲਣਾ ਸਿਫਰਾਂ ਦਾ। ਪਰ ਜੇ ਉਹ ਸਿਫਰਾਂ ਨੇ 15 ਲਾਈਆਂ, ਅਗਲੇ ਪਾਸੇ ਨੇ ਇੱਕ ਹੀ ਲਾ ਦਿੱਤਾ, ਉਹ ਲੱਖਾਂ ਕਰੋੜਾਂ ਦੀ ਰਕਮ ਬਣ ਜਾਣੀ ਹੈ। ਇਸੇ ਤਰ੍ਹਾਂ ਭਾਈ ਇੱਕ ਦੀ ਇੰਨੀ ਕੀਮਤ ਹੈ। ਤੇ ਜੇ ਪਰਮੇਸ਼ਰ ਦਾ ਜਿਹੜਾ ਨਾਮ ਉਹ ਇੱਕ ਵਾਂਗ ਹੈ, ਜਪ ਤਪ ਸੰਜਮ ਧਰਮ ਇਹ ਸਿਫਰਾਂ ਵਾਂਗ ਹੈ। ਜੇ ਇਹ ਪਿੱਛੇ ਲਾਏ ਜਾਣ, ਅੱਗੇ ਇੱਕ ਪਰਮੇਸ਼ਰ ਦਾ ਨਾਮ ਜਪਿਆ ਜਾਵੇ, ਉਹਦਾ 10 ਗੁਣਾ ਫਲ ਵੱਧ ਜਾਵੇਗਾ। ਰਾਜਾ ਮੋਹਿ ਮੁਕਤ ਜਮ ਸੰਗ ਨਾ ਜਾਵਹਿ। ਉਹ ਪੁਰਸ਼ ਮੁਕਤ ਹੋ ਜਾਵੇਗਾ, ਜਮ ਦੇ ਜਮਦੂਤ ਨਾਲ ਵੀ ਨਹੀਂ ਜਾਏਗਾ। ਇਹ ਸ਼੍ਰੋਮਣ ਸਭ ਕੋ ਨਾਮ। ਇਸ ਕਰਕੇ ਪਰਮੇਸ਼ਰ ਦਾ ਜਿਹੜਾ ਨਾਮ ਸਾਰਿਆਂ ਜਪਾਂ ਤਪਾਂ ਕਰਮਾਂ ਧਰਮਾਂ ਤੋਂ ਸ਼੍ਰੋਮਣੀ ਉੱਤਮ ਹੈ। ਸਿਮਰਹੁ ਸਦਾ ਆਨ ਤਜ ਕਾਮ। ਰਾਜਾ ਜੀ ਅਸੀਂ ਇਹ ਕਹਿੰਦੇ ਹਾਂ ਵੀ ਸਾਰੇ ਕੰਮ ਛੱਡ ਕੇ ਤੂੰ ਇੱਕ ਪਰਮੇਸ਼ਰ ਦਾ ਨਾਮ ਹੀ ਸਿਮਰਿਆ ਕਰ। ਮధుਰ ਬੈਨ ਸੁਨੀਏ ਮਨ ਐਸਾ। ਇਹ ਰਾਜਾ ਮਦਰ ਬੈਣ ਇਹ ਵੀ ਸੁਣ ਲਾ ਵੀ ਮਨ ਤੇ ਇਸ ਤਰ੍ਹਾਂ ਹੈ। ਹੋਤ ਪਸ਼ੂ ਹਰ ਆਇਓ ਜੈਸਾ। ਜਿਸ ਤਰ੍ਹਾਂ ਹਰਿਆਰਾ ਪਸ਼ੂ ਹੁੰਦਾ ਹੈ, ਇਸੇ ਤਰ੍ਹਾਂ ਹੀ ਮਨ ਹੈ। ਜਿਵੇਂ ਹਰਿਆਰਾ ਪਸ਼ੂ ਉਹ ਆਪਣਾ ਥਾਂ ਛੱਡ ਕੇ ਜਿੱਥੇ ਉਹਨੂੰ ਘਾਹ ਦਿਖੇਗਾ ਉਧਰ ਵਾਲੀ ਦੌੜਦਾ ਹੈ, ਹਰਿਆਰਾ ਪਸ਼ੂ ਇਸੇ ਤਰ੍ਹਾਂ ਮਨ ਦੌੜਦਾ ਹੈ। ਨਿਜ ਸਥਾਨ ਕੋ ਤਜ ਜਾਈ। ਆਪਣੇ ਥਾਂ ਨੂੰ ਛੱਡ ਕੇ ਪਸ਼ੂ ਵੀ ਦੌੜਦਾ ਵੀ ਉਧਰ ਮੂੰਹ ਮਾਰ ਲਵਾਂ, ਉਧਰ ਮੂੰਹ ਮਾਰ ਲਵਾਂ। ਇਸੇ ਤਰ੍ਹਾਂ ਹਰਿਆਰੇ ਪਸ਼ੂ ਦੀ ਨਿਆਈ ਮਨ ਹੈ। ਤੇ ਇਹ ਵੀ ਆਪਣਾ ਥਾਂ ਛੱਡ ਕੇ ਭੱਜਦਾ ਵੀ ਇਹਦਾ ਆਪਣਾ ਥਾਂ ਦੇ ਸੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਥਾਂ ਨੂੰ ਛੱਡ ਕੇ ਬਾਹਰੀ ਪਦਾਰਥਾਂ ਰੂਪੀ ਹਰੇ ਨੂੰ ਪੈਂਦਾ ਹੈ ਨੱਠ ਕੇ। ਕਿਰਖੀ ਵਿਖੈ ਮਹਿ ਪਰ ਹੈ ਤਾਈ। ਜਿਹੜੀ ਵਿਸ਼ਿਆਂ ਰੂਪ ਖੇਤੀ ਹੈ ਉਹਨਾਂ ਉੱਪਰ ਦੌੜ ਕੇ ਜਾਂਦਾ ਹੈ। ਕਬੀਰ ਮਨ ਪੰਖੀ ਭਇਓ ਉੱਡ ਦੈ ਦਿਸ ਜਾਏ। 10 ਦਿਸ਼ਾਵਾਂ ਜੀ ਭੱਜਿਆ ਫਿਰਦਾ, ਇੱਧਰੋਂ ਵੀ ਮਿਲ ਜੇ ਇੱਧਰੋਂ ਵੀ ਮਿਲ ਜੇ। ਕਾਠ ਪਾਰ ਗੁਰ ਸ਼ਬਦ ਮਹਾਨਾ। ਪਰ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਮਹਾਨ, ਇਹ ਤੇ ਐਵੇਂ ਹੈ ਜਿਵੇਂ ਹਰਿਆਰੇ ਪਸ਼ੂ ਦੇ ਗਲ ਵਿੱਚ ਕੋਈ ਡਹਿਆ ਪਾ ਦੇਵੇ, ਫਿਰ ਉਹ ਭੱਜ ਨਹੀਂ ਸਕਦਾ ਹੈ। ਉਹ ਜਿਹੜਾ ਪਸ਼ੂ ਕਬਜ਼ੇ ਵਿੱਚ ਹੋ ਜਾਂਦਾ, ਜੇ ਉਹ ਭੱਜਦਾ ਉਹਦੇ ਲੱਤਾਂ ਨੂੰ ਡਹਿਆ ਜਾ ਵੱਜਦਾ ਹੈ। ਇਸੇ ਤਰ੍ਹਾਂ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਮਨ ਹਰਿਆਰੇ ਪਸ਼ੂ ਨੂੰ ਜੇ ਡਹਿਆ ਪਾ ਦੇਵੇ ਬੰਨ ਦੇਵੇ। ਜਿਨ੍ਹਾਂ ਗੁਰ ਪਾਏ ਸੋ ਧਾਰਨ ਠਾਨਾ। ਜਿਨ੍ਹਾਂ ਨੇ ਮਨ ਪਸ਼ੂ ਦੇ ਗਲ ਵਿੱਚ ਇਹ ਡਹਿਆ
ਪਾ ਦਿੱਤਾ ਧਾਰਨਾ ਕੀਤਾ ਸ਼ਬਦ ਨੂੰ। ਗੋਹਰ ਨਾ ਦੋਰਹਿ ਕਰ ਅਨਸਾਰੇ। ਉਹ ਫੇਰ ਨਹੀਂ ਦੌੜਨਾ ਕਰਦਾ, ਹਮੇਸ਼ਾ ਅਨਸਾਰੀ ਰਹਿੰਦਾ ਗੁਰੂ ਦੇ ਉਪਦੇਸ਼ ਦੇ। ਇਹ ਹਰ ਦਰਗਾਹ ਜਾਹੇ ਸੁਖਾਰੇ। ਜਿਨ੍ਹਾਂ ਨੇ ਮਨ ਪਸ਼ੂ ਨੂੰ ਐਵੇਂ ਡਾਇਆ ਬੰਨ੍ਹ ਦਿੱਤਾ ਹੈ ਗੁਰੂ ਰੂਪੀ ਸ਼ਬਦ ਦਾ, ਉਹ ਹਰੀ ਦਰਗਾਹ ਦੇ ਵਿੱਚ ਸੌਖੇ ਹੀ ਜਾਂਦੇ, ਉਹ ਤੰਗ ਨਹੀਂ ਹੁੰਦੇ। ਅਸ ਪ੍ਰਕਾਰ ਕੋ ਸੁਨ ਉਪਦੇਸ਼ਾ। ਇਸ ਤਰ੍ਹਾਂ ਦਾ ਉਪਦੇਸ਼ ਮਾਨ ਸੁਣ ਕੇ ਰਾਜਾ ਮਧੁਰ ਬੈਣ ਨਾਮ ਲੱਗੀ ਲਿਵਰ ਦੇ ਨਰੇਸ਼ਾ। ਉਸੇ ਵੇਲੇ ਦੇ ਹਿਰਦੇ ਵਿੱਚ ਨਾਮ ਦੀ ਲਿਵ ਲੱਗ ਗਈ, ਸਮਾਧੀ ਲੀਨ ਹੋ ਗਿਆ। ਭਾਉ ਭਗਤ ਹਿਰਦੇ ਮਹਿ ਜਾਗੀ। ਜਿਹੜੇ ਹਿਰਦੇ ਵਿੱਚ ਭਾਉ ਭਗਤੀ ਹੈ, ਪ੍ਰੇਮਾ ਭਗਤੀ, ਉਹ ਜਾਗ ਗਈ ਹੈ। ਸਤ ਸੰਗਤ ਮਹਿ ਮਤ ਅਨੁਰਾਗੀ। ਜਿਹੜੀ ਸਤ ਸੰਗਤ ਹੈ ਪਰਮੇਸ਼ਰ ਦੀ, ਉਹਦੇ ਵਿੱਚ ਇਹਦਾ ਮਨ ਪ੍ਰੇਮੀ ਪਿਆਰਾ ਹੋ ਗਿਆ ਹੈ। ਸ੍ਰੀ ਗੁਰ ਸੰਪਨ ਬਿਨੈ ਬਖਾਨੀ। ਸਤ ਸੰਗਤ ਮਹਿ ਮਤ ਅਨੁਰਾਗੀ ਦੀ ਜਿਹੜੀ ਅਕਲ ਮਤ ਹੈ ਨਾ ਰਾਜੇ ਦੀ, ਸਤ ਸੰਗ ਦੀ ਪ੍ਰੇਮਣ ਪਿਆਰੀ ਹੋ ਗਈ ਵੀ ਹਰ ਵੇਲੇ ਮੈਂ ਸੰਗਤੀ ਕਰਾਂ। ਸ੍ਰੀ ਗੁਰ ਸੰਪਨ ਬਿਨੈ ਬਖਾਨੀ। ਅਗਲੀ ਤੁਕ ਪੜ। ਨਗਰ ਬਿਖੈ ਆਨੇ ਗੁਣ ਖਾਨੀ। ਸ੍ਰੀ ਗੁਰ ਸੋ ਪੁਨ ਬਿਨੈ ਬਖਾਨੀ। ਫਿਰ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਹੀ। ਨਗਰ ਬਿਖੈ ਆਨੇ ਗੁਣ ਖਾਨੀ। ਗੁਰੂ ਮਹਾਰਾਜ ਮੇਰੇ ਸ਼ਹਿਰ ਦੇ ਵਿੱਚ ਆਪ ਚੱਲੀਏ, ਤੇ ਬੇਨਤੀ ਕਰਕੇ ਗੁਣਾ ਦੀ ਖਾਨ ਸਤਿਗੁਰ ਜੀ ਨੂੰ ਲੈ ਗਿਆ ਰਾਜਾ। ਜਹਾਂ ਅਨੇਕ ਥੇ ਸੁੰਦਰ ਮੰਦਰ। ਜਿਸ ਇਹਦੀ ਪੂਰੀ ਦੇ ਵਿੱਚ ਸ਼ਹਿਰ ਦੇ ਵਿੱਚ ਅਨੇਕਾਂ ਹੀ ਸੋਹਣੇ ਮੰਦਰ ਮਕਾਨ ਮਹਿਲ ਬਣੇ ਹੋਏ ਸੀ। ਸੁਠ ਪਰਿਅੰਕ ਡਸਾਵਾ ਅੰਦਰ। ਸੋਹਣਿਆਂ ਮੰਦਰਾਂ ਵਿੱਚ ਸੋਹਣਾ ਮਕਾਨ ਵੇਖ ਕੇ ਸੋਹਣਾ ਹੀ ਪਲੰਘ ਡਾਇਆ ਇਹਨੇ ਅੰਦਰ। ਰੰਗ ਅਨੇਕ ਵਿਛਾਵਨ ਛਾਏ। ਅਨੇਕਾਂ ਤਰ੍ਹਾਂ ਦੇ ਵਿਛਾਉਣੇ ਵਿਛਾਏ, ਗਲੀਚੇ ਵਿਛਾਏ ਐ। ਤਾਂ ਪਰ ਪੰਕਜ ਬਦਨ ਬਸਾਏ। ਉਸ ਪਾਰ ਜਿਹੜੇ ਕਵਲ ਵਰਗੇ ਮੁਖ ਵਾਲੇ ਸਤਿਗੁਰ ਜੀ ਬਿਠਾਏ ਆ ਵੀ ਮਹਾਰਾਜੇ ਸੋਹਣੇ ਪਲੰਘ ਤੇ ਬਿਰਾਜਮਾਨ ਹੋ ਜੋ। ਨਾਨਾ ਭਾਂਤ ਭਾਉ ਉਰ ਧਰ ਕੈ। ਨਾਨਾ ਤਰ੍ਹਾਂ ਦੇ ਪ੍ਰੇਮ ਹਿਰਦੇ ਵਿੱਚ ਧਾਰ ਕੇ ਰਾਜਾ ਘਰ ਨਿਜ ਰਾਖੇ ਸੁਖਦ ਵਿਚਰ ਕਿ ਕੈ। ਸੁਖ ਦੇਣ ਵਾਲੇ ਹੈ ਗੁਰੂ ਨਾਨਕ ਸਾਹਿਬ ਜੀ, ਇਹ ਸੋਚ ਵਿਚਾਰ ਕਰਕੇ ਆਪਣੇ ਘਰ ਹੀ ਰੱਖੇ ਐ। ਸਤ ਸੰਗਤ ਕੀ ਰੀਤ ਪ੍ਰਕਾਸ਼ੀ। ਸਤਿਗੁਰ ਜੀ ਇੱਥੇ ਰਹਿ ਕਰਕੇ ਵੀ ਰਾਜਾ ਸਤ ਸੰਗਤ ਕਰਿਆ ਕਰ। ਉਹ ਸਤ ਸੰਗਤ ਕਰਨ ਦੀ ਜਿਹੜੀ ਰੀਤੀ ਮਰਿਆਦਾ ਉਹ ਪ੍ਰਗਟ ਕਰ ਦਿੱਤੀ ਹੈ। ਧਰਮਤ ਨਰ ਔਰ ਕੀਨ ਬਿਨਾਸੀ। ਜਿੱਥੇ ਬਹੁਤ ਮਨੁੱਖਾਂ ਨੇ ਸਤ ਸੰਗਤ ਕਰਕੇ ਹਿਰਦੇ ਦੀ ਜਿਹੜੀ ਖੋਟੀ ਮੱਤ ਨਾਸ ਕਰ ਲਈ ਹੈ। ਸਭ ਮਹਿ ਭਾਉ ਭਗਤ ਪ੍ਰਗਟਾਵਾ। ਸਤਿਗੁਰ ਜੀ ਨੇ ਧਰਮਸ਼ਾਲਾ ਵਿੱਚ ਪ੍ਰਚਾਰ ਕਰਕੇ ਸਾਰਿਆਂ ਦੇ ਵਿੱਚ ਹੀ ਜਿਹੜੀ ਪ੍ਰੇਮਾ ਭਗਤੀ ਨਾ ਪਰਮੇਸ਼ਰ ਦੀ ਪ੍ਰੇਮ ਨਾਲ ਕਰਨੀ ਉਹ ਪ੍ਰਗਟ ਕਰ ਦਿੱਤੀ ਵੀ ਪਰਮੇਸ਼ਰ ਦੀ ਭਗਤੀ ਬੜੇ ਪ੍ਰੇਮ ਨਾਲ ਹੀ ਕਰਨੀ ਹੈ। ਸਰਬ ਦੇਸ਼ ਤਹਿ ਨਾਮ ਜਪਾਵਾ। ਉਸ ਸਾਰੇ ਇਲਾਕੇ ਨੂੰ ਸਤਿਗੁਰ ਜੀ ਨੇ ਨਾਮ ਜਪਾ ਦਿੱਤਾ, ਨਾਮ ਜਪਣ ਲਾ ਦਿੱਤਾ ਹੈ। ਮధుਰ ਬੈਨ ਤਜ ਹੋ ਮੈਰੀਤਾ। ਇਧਰ ਰਾਜਾ ਮਧੁਰ ਬੈਣ ਵੀ ਆਪਣੀ ਹਉਮੈ ਦੀ ਰੀਤੀ ਮਰਿਆਦਾ ਛੱਡ ਕੇ ਵੀ ਮੈਂ ਰਾਜਾ ਹੁੰਨਾ, ਮੈਂ ਕੋ ਭਲਾ ਸੇਵਾ ਕਰਾਂ। ਸੇਵਹਿ ਸਤਿਗੁਰ ਚਰਨ ਸਪ੍ਰੀਤਾ। ਬੜੀ ਪ੍ਰੀਤੀ ਦੇ ਸਹਿਤ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਕਰਦਾ, ਮੁੱਠੀ ਛਾਪੀ ਕਰਦਾ ਹੈ ਮਧੁਰ ਬੈਣ ਰਾਜਾ। ਜਗਤ ਕੋ ਬੰਧਨ ਸਗਰੇ ਨਾਸ਼ੇ। ਜਗਤ ਦੇ ਜਿਹੜੇ ਖੋਟੇ ਬੰਧਨ ਮੋਹ ਮਮਤਾ ਦੇ ਉਹ ਸਾਰੇ ਰਾਜੇ ਦੇ ਨਾਸ ਹੋ ਗਏ ਐ। ਹਿਰਦੇ ਆਤਮ ਗਿਆਨ ਪ੍ਰਕਾਸ਼ੇ। ਹਿਰਦੇ ਵਿੱਚ ਜਿਹੜਾ ਆਤਮ ਗਿਆਨ ਸਵੈ ਸਰੂਪ ਦਾ ਗਿਆਨ ਉਹ ਪ੍ਰਗਟ ਹੋ ਗਿਆ ਹੈ। ਕਰਨਾ ਪਾਏ ਬਿਸਾਰ ਨਿਹਾਲਾ। ਗੁਰੂ ਸਾਹਿਬ ਦੀ ਕਿਰਪਾ ਪਾ ਕੇ ਤੇ ਬਹੁਤ ਨਿਹਾਲੀ ਹੋ ਗਿਆ, ਨਾਨਕ ਨਦਰੀ ਨਦਰ ਨਿਹਾਲ। ਬਨਵਾਈ ਪੁਰ ਮਹਿ ਧਰਮਸ਼ਾਲਾ। ਰਾਜੇ ਨੂੰ ਕਹਿ ਕਰਕੇ ਵੀ ਧਰਮਸ਼ਾਲਾ ਬਣਵਾ, ਧਰਮ ਦੀ ਜਗ੍ਹਾ ਜਿੱਥੇ ਪ੍ਰਚਾਰ ਕਰਨਾ ਇਹਨੇ ਬਣਵਾਈ ਹੈ ਸਤਿਗੁਰ ਜੀ ਦੀ ਆਗਿਆ ਮੰਨ ਕੇ। ਤੇਗ ਚਲਾਵਨ ਲਗਿਓ ਭੰਗਾ। ਇੱਕ ਰਸ ਜਿਹੜੇ ਕੜਾ ਪ੍ਰਸ਼ਾਦੀਆਂ ਦੇਗਾਂ ਲੰਗਰ ਚਲਾਉਣ ਲੱਗਿਆ ਰਾਜਾ। ਭੋਜਨ ਸੰਗਤ ਅਚਹਲ ਸੰਗਾ। ਸਾਰੀ ਸੰਗਤ ਆ ਕੇ ਧਰਮਸ਼ਾਲਾ ਵਿੱਚ ਨਾਲੇ ਸਤ ਸੰਗਤ ਕਰਦੀ ਹੈ, ਨਾਲੇ
ਨਿਸੰਗ ਹੋ ਕੇ ਭੋਜਨ ਛਕਦੀ ਹੈ। ਕਿਤਕ ਦਿਵਸ ਬਤੀਤ ਜਬਹਿ ਇਸ ਤਰ੍ਹਾਂ ਸੰਗਤ ਕਰਦਿਆਂ ਗੁਰੂ ਜੀ ਨੂੰ ਦਰਸ਼ਨ ਦੇਂਦਿਆਂ ਜਦੋਂ ਕੁਝ ਕੁ ਦਿਨ ਲੰਘ ਗਏ ਬੀਤ ਗਏ। ਨਾਨਕ ਨ੍ਰਿਪ ਸੋ ਕਹਿ ਤਬਹਿ ਗੁਰੂ ਨਾਨਕ ਸਾਹਿਬ ਜੀ ਰਾਜ ਨੂੰ ਤਦੋਂ ਕਹਿਣ ਲੱਗੇ, ਸੁਦਰਸ਼ਨ ਕੀਆ ਨ ਮਨਿਜੈ। ਇਹ ਰਾਜਾ ਤੈਨੂੰ ਹੀ ਕਹਿੰਦੇ ਆ ਵੀ ਜੋ ਸੁਦਰਸ਼ਨ ਅਸੀਮ ਫਲ ਰਾਜਧਾਨੀ ਦਾ ਰਾਜਾ ਹੈ ਨਾ, ਉਹਦੀ ਤੂੰ ਈਣ ਮੰਨ ਲਾ। ਜਾਏ ਸਦਨ ਤਿਹ ਭੇਟਾ ਦੀਜੈ। ਉਹ ਆਪਣੇ ਘਰੋਂ ਜਾ ਕੇ ਉਹਦੇ ਘਰ ਜਾ ਕੇ ਭੇਟਾ ਦੇ ਦੇ ਤੇ ਈਣ ਮੰਨ ਲਾ। ਸੁਨ ਕਰ ਮధుਰ ਬਨ ਕਹਿ ਆਸੇ। ਸੁਣ ਕਰਕੇ ਮਧੁਰ ਬੈਣ ਰਾਜਾ ਇਸ ਤਰ੍ਹਾਂ ਕਹਿਣ ਲੱਗਾ, ਜੋ ਉੱਚ ਰਹੋ ਕਰਹਿ ਹਮ ਤਾਸੇ। ਮਹਾਰਾਜ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਰਾਵਰ ਕੀ ਆਇਸ ਅਨਸਾਰਾ। ਅਸੀਂ ਤੇ ਤੁਹਾਡੇ ਮਹਾਰਾਜ ਚਰਨਾਂ ਦੀ ਧੂੜ ਹੈ, ਤੁਹਾਡੀ ਆਗਿਆ ਅਨੁਸਾਰੀਆਂ ਹਮੇਸ਼ਾ। ਚਲਹਿ ਸਭ ਹੈ ਕੋ ਕਰਹਿ ਵਿਚਾਰਾ। ਤੁਸੀਂ ਬਚਨ ਕਹੇ ਹੋ ਤੇ ਕਿਹੜਾ ਜਿਹੜਾ ਵਿਚਾਰ ਕਰੇ ਵੀ ਐਵੇਂ ਨਹੀਂ ਐਵੇਂ ਕਰਨਾ, ਹੀ ਤੇ ਸਾਰੇ ਹੀ ਚੱਲਾਂਗੇ। ਔਰ ਬੋਲੇ ਬਨ ਕਿਰਪਾਲਾ। ਕਿਰਪਾਲਾ ਸਤਿਗੁਰੂ ਜੀ ਮੋੜ ਬਚਨ ਬੋਲੇ ਐ। ਹਮ ਗਮਨ ਹੈ ਅਬ ਸੁਨਹ ਪਵਾਲਾ। ਰਾਜਾ ਬਹੁਤ ਦਿਨ ਹੋ ਗਏ, ਹੁਣ ਅਸੀਂ ਚਲੇ ਜਾਵਾਂਗੇ। ਅਨੰਤ ਦੇਸ਼ ਦੇਖਣ ਕੀ ਚਾਹੂ। ਕਿਉਂਕਿ ਹੋਰ ਦੇਸ਼ ਦੇਖਣ ਦੀ ਸਾਨੂੰ ਚਾਹਨਾ ਇੱਛਾ ਹੈ। ਸੁਨ ਰਾਖਨ ਹਿਤ ਕਹਿ ਨਰ ਨਾਹੂ। ਇੱਧਰ ਰਾਜਾ ਹਿਤ ਜਾ ਕਰਕੇ ਮਾਰ ਰੱਖਣਾ ਚਾਹੁੰਦਾ, ਕਹਿੰਦਾ ਮਾਰ ਨਾ ਜਾਓ, ਰਹੋ ਇੱਥੇ ਹੀ। ਸ੍ਰੀ ਪ੍ਰਭ ਜੀ ਮੁਝ ਕਿੰਕਰ ਜਨ ਹੋ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਪ੍ਰਭੂ ਜੀ ਮੈਨੂੰ ਆਪਣਾ ਦਾਸ ਹੀ ਜਾਣੋ। ਭਗਤ ਵਛਲ ਨਿਜ ਬਿਰਦ ਪਛਾਨ ਹੋ। ਇਹ ਭਗਤਾਂ ਦੇ ਪਿਆਰੇ, ਭਗਤਾਂ ਨੂੰ ਪਿਆਰ ਕਰਨ ਵਾਲੇ ਆਪਣਾ ਧਰਮ ਪਛਾਣੋ। ਦੇਹੋ ਦਰਸ ਕੇ ਤਕ ਦਿਨ ਆਹੀ। ਦਿਨ ਔਰੀ ਕੁਝ ਕੁ ਦਿਨ ਹੋਰ ਇੱਥੇ ਰਹਿ ਕੇ ਦਰਸ਼ਨ ਦਿਓ ਸਾਰਿਆਂ ਨੂੰ। ਕਰਹੁ ਨਿਹਾਲ ਬਸਹੁ ਇਹ ਠਾਰੀ। ਇਸੇ ਥਾਂ ਵਸ ਕੇ ਮਹਾਰਾਜ ਸਭ ਨੂੰ ਨਿਹਾਲ ਕਰੋ। ਤੁਸੀਂ ਤੇ ਕਿਰਤਾਰਥ ਕਰ ਦਿਓ ਦਰਸ਼ਨ ਦੇ ਕੇ। ਨਿਰਪ ਕੇ ਕਹੇ ਰਹੇ ਕਛ ਕਾਲਾ। ਰਾਜੇ ਦੇ ਕਹੇ ਕਰਕੇ ਪ੍ਰੇਮ ਵੇ ਕਿ ਕੁਝ ਸਮਾਂ ਮਹਾਰਾਜ ਹੋਰ ਰਹੇ ਐ। ਆਗੇ ਗਮਨੇ ਬਹਰ ਕਿਰਪਾਲਾ। ਫਿਰ ਮੋੜ ਸਤਿਗੁਰੂ ਕਿਰਪਾਲੂ ਜੀ ਅੱਗੇ ਚੱਲ ਪਏ ਐ। ਗਏ ਉਲੰਘ ਸਰਬ ਸੁਦੇਸ਼ਾ। ਉਹ ਬ੍ਰਹਮਪੁਰਾ ਦਾ ਇਲਾਕਾ ਸਾਰਾ ਹੀ ਮਹਾਰਾਜ ਲੰਘ ਗਏ ਐ। ਸਾਗਰ ਪਰ ਗਵਨੇ ਜਗਤੇਸ਼ਾ। ਜਗਤ ਦੇ ਮਾਰਗ ਸਮੁੰਦਰ ਉੱਪਰ ਚੜ ਗਏ ਐ, ਚਲੇ ਜਾ ਰਹੇ ਐ ਪਾਣੀ ਦੇ ਉੱਤੇ ਉੱਤੇ ਹੀ। ਮੈਂ ਪਾਛੇ ਬਹਰ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਮੈਂ ਪਿੱਛੇ ਪਿੱਛੇ ਆ ਤੇ ਮੇਰੇ ਪਿੱਛੇ ਭਾਈ ਮਰਦਾਨਾ ਹੈ। ਹਾਸ ਬਿਲਾਸ ਕਰਤ ਬਿਦ ਨਾਨਾ। ਸਤਿਗੁਰੂ ਜੀ ਨਾਨਾ ਤਰ੍ਹਾਂ ਦੇ ਹਾਸ ਬਿਲਾਸ ਦੇ ਬਚਨ ਕਰਦੇ ਭਾਈ ਮਰਦਾਨੇ ਨੂੰ ਵੀ ਹਾਂ ਵੀ ਕਿਵੇਂ ਭਾਈ ਮਰਦਾਨਾ ਰਾਜੇ ਨਾਲ ਤੂੰ ਖਿੱਚਦਾ ਸੀ। ਤੀਨ ਦਿਵਸ ਵਿਚਲਤ ਬਿਤਾਏ। ਚੱਲਦਿਆਂ ਚੱਲਦਿਆਂ ਮੈਂ 3 ਦਿਨ ਜਿਹੜੇ ਲੰਘ ਗਏ ਐ। ਆਹ ਚਤ ਪਏ ਤਬ ਹੈ ਇੱਕ ਥਾਏ। ਤਦੋਂ ਮਾਰੇ ਇੱਕ ਥਾਂ ਪਹੁੰਚ ਗਏ। ਦੋਹਰਾ ਟਾਪੂ ਹਤੋ ਵਿਸਾਲ ਸੋ। ਜਿੱਥੇ ਪਹੁੰਚੇ ਉੱਥੇ ਬਹੁਤ ਤਗੜਾ ਟਾਪੂ ਸਥਾਨ ਸੀ ਸਮੁੰਦਰ ਵਿੱਚ। ਮਹ ਪਰਬਤ ਜਿਹ ਮਾਹੇ। ਜਿਸ ਟਾਪੂ ਦੇ ਵਿੱਚ ਪਹਾੜੀ ਪਹਾੜ ਬੜੇ ਤਗੜੇ। ਨਗਰ ਦੇਵ ਗੰਧਾਰ ਵੱਡ। ਉਹ ਜਿਹੜਾ ਟਾਪੂ ਉਹਦਾ ਨਾਂ ਦੇਵ ਗੰਧਾਰ ਸੀ, ਬੜਾ ਵੱਡਾ ਨਗਰ। ਰਾਖਸ ਬਸਹਿ ਤਹਾਂ ਹੈ। ਉੱਥੇ ਜਿਹੜੇ ਸਾਰੇ ਰਾਖਸ਼ੀ ਰਾਖਸ਼ ਵਸਦੇ ਸਨ। ਇਹਨਾਂ ਦਾ ਰਾਜਾ ਵੀ ਰਾਖਸ਼ ਸੀ, ਦੇਵਲੂਤ। ਫਿਰ ਉਹਨਾਂ ਨੂੰ ਜਿਵੇਂ ਸਤਿਗੁਰੂ ਜੀ ਨੇ ਤਾਰਿਆ, ਸਿੱਖਿਆ ਦਿੱਤੀ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ। ਟਾਪੂ ਹਤੋ ਵਿਸਾਲ ਸੋ। ਬਹੁ ਪਰਬਤ ਜਿਹ ਮਾਹੇ। ਨਗਰ ਦੇਵ ਗੰਧਾਰ ਵੱਡ। ਰਾਖਸ ਬਸੈ ਤਹਾਂ ਹੈ। ਵਾਹਿਗੁਰੂ ਜੀ ਕਾ ਖਾਲਸਾ